हल्का दक्षिणी इंचार्ज और अकाली दल तो नाराज की कारण? ये लड़ाई एसजीपीसी नाल है, ये लड़ाई अकाली दल नाल है, ये लड़ाई सुखबीर सिंह बादल नाल है, लड़ाई है किस नाल? देखो मेरा कोई एडा वड्डा मसला जिहड़ा एक है वो मेरा डॉक्टर एपी सिंह नाल छड़दा नहीं। मैं डॉक्टर एपी नूं मैं बबल कम वांगू लम्मा ते हो जाऊंगा, पर मैं इहो जिहा जुड़िया मैं छड़दा नहीं खड़ा। लोकां तो मावां भैणां दीयां गालां खाधियां, पार्टी गलत भी होंदी ते आखीदा ही नहीं सही है। चहेता क्यों है डॉक्टर नूं इन्ना क्यों चहेता फिर सुखबीर सिंह बादल ने रखिया होया है, की कारण ने ਉਹਦੇ ਪਿੱਛੇ ਦੇ? ਇਹ ਬਾਦਲ ਸਾਹਿਬ ਨੂੰ ਪਤਾ ਹੋਊਗਾ। ਆ ਸਰਦਾਰ ਬਾਦਲ ਦੀ ਪੇਸ਼ੀ ਸੀਗੀ ਫਰੀਦਕੋਟ, ਜੂਮ ਤੇ ਮੀਟਿੰਗ ਹੁੰਦੀ ਆ। ਸਰਦਾਰ ਮਜੀਠੀਆ ਜੀ ਤੇ ਹਰਮੀਤ ਸਿੰਘ ਸੰਧੂ ਇਸ ਗੱਲ ਦੇ ਗਵਾਹ ਵਾ। ਕਈਆਂ ਗਈਆਂ ਜੀ 100 ਸਵਾ ਸੌ ਬੱਸ ਗੱਡੀ ਲੈ ਕੇ ਤੇ ਫਰੀਦਕੋਟ ਪਹੁੰਚੋ, ਪੁੱਛੋ ਫਿਰ ਕਿਹੜਾ ਗਿਆ ਜ਼ਿਲ੍ਹੇ 'ਚ ਤਲਵੀਰ ਸੋਂ ਗਿਆ। ਮਜੀਠੀਆ ਸਾਹਿਬ ਮੇਰੇ ਲਾਗੋਂ ਦੀ ਲੰਘੇ ਜਾਂਦੇ ਇੰਨੀ ਗੱਡੀ ਆ ਬਹਿ ਮੇਰੇ ਨਾਲ ਗੱਡੀ 'ਚ ਚੱਲੀ ਗਈ। ਸਾਰਾ ਪਿੰਡ ਇਕੱਠਾ ਹੋ ਕੇ ਉੱਥੇ ਘੇਰਾ ਪਾ ਲਿਆ। ਮੈਂ ਗਿਆ ਉੱਥੇ, ਪੁੱਛੋ ਮਜੀਠੀਆ ਸਾਹਿਬ ਨੂੰ। ਮੈਂ ਗਿਆ, ਮੈਂ ਉਹਨਾਂ ਬੰਦਿਆਂ ਦੇ ਵਿੱਚ ਦੀ ਗੱਡੀ ਕੱਢ ਕੇ ਲੈ ਕੇ ਗਿਆ, ਗਨ ਮੈਨਾਂ ਤੋਂ ਮੋਹਰੀ ਹੋ ਕੇ ਅੱਗੋਂ ਭਰਾ ਆਪਦੇ ਨੂੰ ਕੱਢ ਕੇ ਲਿਆਇਆ ਤੇ ਅੱਜ ਸਾਡਾ ਮੁੱਲ ਕੀ ਪਿਆ। ਮਜੀਠੀਆ ਤਾਂ ਤੁਸੀਂ ਸੱਜੀ ਬਾਹ ਮੰਨੇ ਜਾਂਦੇ ਸੀਗੇ ਜਦੋਂ ਵਿਕਰਮ ਮਜੀਠੀਆ ਹਲਕੇ 'ਚ ਨਹੀਂ ਹੁੰਦੇ ਸੀ, ਔਰ ਸਾਰਾ ਕੰਮਕਾਰ ਤੁਸੀਂ ਵੇਖਦੇ ਸੀਗੇ। ਬਿਲਕੁਲ ਦੇਖਦਾ ਤਾਂ ਕੀ ਆਪਣੀ ਸੱਜੀ ਬਾਹ ਦਾ ਵੀ ਖਿਆਲ? ਮੈਂ ਸਰਦਾਰ ਵਿਕਰਮ ਸਿੰਘ ਮਜੀਠੀਆ ਦੀ ਛਾਤੀ ਦੇ ਅੱਗੇ ਖੜਨ ਵਾਲਾ ਇਨਸਾਨ ਆ। ਮੈਂ ਕੰਧ ਵਾਂਗੂ ਇਹਨਾਂ ਦੇ ਨਾਲ ਰਿਹਾ। ਉਹ ਚੋਣਾਂ 'ਚ ਨਜ਼ਰ ਵੀ ਆਇਆ। ਹਾਂ, ਮੈਂ ਕੰਧ ਵਾਂਗੂ ਇਹਨਾਂ ਨਾਲ ਰਿਹਾ, ਕੰਧ ਵਾਂਗੂ ਖੜ ਕੇ ਰਿਹਾ। ਪਰ ਮਾੜੀ ਮੇਰੀ ਕਿਸਮਤ ਕਿ ਜਿੱਦਣ ਮੈਨੂੰ ਕਦੇ ਲੋੜ ਪੈ ਜਾਂਦੀ ਮੇਰੀ ਕਿਤੇ ਸੁਣਵਾਈ ਨਹੀਂ। ਇਹਨਾਂ ਨੇ ਮੈਨੂੰ ਇੱਕ ਫੋਨ ਕਰਨਾ ਮੁਨਾਸਬ ਨਹੀਂ ਸਮਝਿਆ। ਇਹਨਾਂ ਦੇ ਪੀਏ ਸਾਡਾ ਫੋਨ ਚੁੱਕਣੋਂ ਹਟ ਗਏ। ਫਿਰ ਤੁਸੀਂ ਉਦੋਂ ਕਿਉਂ ਨਹੀਂ ਫੈਸਲਾ ਲਿੱਤਾ ਪਾਰਟੀ ਛੱਡਣ ਦਾ? ਮੈਂ ਦੱਸਦਾ ਨਾ ਜੀ, ਮੈਂ ਉਦੋਂ ਵੀ ਗਿਆ ਔਰ ਉਸ ਟਾਈਮ ਮੈਨੂੰ ਵੱਡੇ ਬਾਲ ਸਾਹਿਬ ਦੀ ਕਾਲ ਆਈ। ਮੈਂ ਦੱਸਦਾ ਜੀ ਮੇਰੀ ਸਟਾਰਟਿੰਗ ਕਿੱਥੋਂ ਹੋਈ ਲੜਾਈ ਦੀ। ਉਸ ਡਾਕਟਰ ਨਾਲ ਮੇਰੀ ਲੜਾਈ ਦੀ ਸਟਾਰਟਿੰਗ ਇੱਥੋਂ ਹੁੰਦੀ ਆ। ਹੁਣ ਸਾਡੀ ਐਸਜੀਪੀਸੀ ਦਾ ਹਸਪੀਟਲ ਹੋਵੇ, ਐਸਜੀਆਰਡੀ, ਬਾਦਲ ਸਾਹਿਬ ਦਾ ਹੁਕਮ ਹੋਵੇ ਤੇ ਅਸੀਂ ਉੱਥੇ ਜਾ ਕੇ ਇੱਕ ਡੈੱਡ ਬੋਡੀ ਨਾ ਦਵਾ ਸਕੀਏ ਕਿਸੇ ਨੂੰ ਪੈਸਿਆਂ ਤੋਂ ਬਗੈਰ, ਤੇ ਦੁਰਲਾਨਤ ਨਹੀਂ ਕਿ ਫਿਰ ਸਾਡੇ ਇਹ ਸ਼ਾਬਾਸ਼ੇ ਡਾਕਟਰ ਨੂੰ ਜਾਂਦੀ ਆ। ਔਰ ਐਸਜੀਪੀਸੀ ਦੇ ਵਿੱਚ ਕਈ ਸਕੱਤਰ ਮੈਨੇਜਰ ਜਿਹੜੇ ਵੱਡੇ ਪੱਧਰ ਤੇ ਆਪਦੀਆਂ ਮਨਮਾਨੀਆਂ ਕਰਦੇ ਔਰ ਉੱਥੇ ਗਲਤ ਕੰਮਾਂ ਦਾ ਬੋਲਬਾਲਾ ਵਾ ਬਹੁਤ ਵੱਡੇ ਪੱਧਰ ਤੇ। ਔਰ ਧਾਮੀ ਸਾਹਿਬ ਨੇ ਦੱਸ ਸਕਦੇ ਹੋ ਕਿਸ ਤਰੀਕੇ ਦਾ ਗਲਤ ਬੋਲਬਾਲਾ? ਦੇਖੋ ਉੱਥੇ ਜਿੰਨੇ ਕੋਈ ਸਕੱਤਰ ਨੇ, ਕੋਈ ਮੈਨੇਜਰ ਨੇ, ਉਹਨਾਂ ਦੇ ਸਾਰੇ ਫੈਮਿਲੀ ਮੈਂਬਰ ਉੱਥੇ ਭਰਤੀ ਹੋਏ ਔਰ ਉਹਨਾਂ ਨੂੰ ਤੇ ਧੜਾ ਧੜ ਪ੍ਰਮੋਸ਼ਨਾਂ ਦਿੱਤੀਆਂ ਜਾਂਦੀਆਂ। ਚੰਦੂ ਮਾਜਰਾ ਸਾਹਿਬ ਨੂੰ ਫੋਨ ਕੀਤਾ, ਮੈਂ ਗਰੇਵਾਲ ਸਾਹਿਬ ਨੂੰ ਫੋਨ ਕੀਤਾ, ਮੈਂ ਚੀਮਾ ਸਾਹਿਬ ਨੂੰ ਫੋਨ ਕੀਤਾ, ਮੈਂ ਹਰੇਕ ਲੀਡਰ ਨੂੰ ਫੋਨ ਕੀਤਾ ਕਿ ਵੇਖੋ ਜੇ ਤੇ ਕੋਈ ਸਾਡੇ 'ਚ ਕਮੀ ਆ ਸਾਨੂੰ ਦੱਸ ਦਿਓ। ਮੈਨੂੰ ਗਰੇਵਾਲ ਸਾਹਿਬ ਨੇ ਕਿਹਾ ਕਿ ਮੇਰਾ ਛੋਟਾ ਬ੍ਰਦਰ, ਮੈਨੂੰ ਨਾਂ ਨਹੀਂ ਉਹਨਾਂ ਦਾ ਪਤਾ, ਮੇਰਾ ਛੋਟਾ ਬ੍ਰਦਰ ਉੱਥੇ ਮੈਂਬਰ ਆ, ਪਰ ਹਾਲ ਸਾਡਾ ਵੀ ਤੇਰੇ ਵਾਲਾ ਹੀ ਆ, ਇੱਥੇ ਸੁਣਦਾ ਕੋਈ ਨਹੀਂ। ਮੈਂ ਹੁਣ ਜਿਹੜਾ ਆ ਕੇ ਸਟੈਪ ਚੁੱਕਿਆ ਉਹਦੀ ਮੈਂ ਪਹਿਲੀ ਵੀਡੀਓ 'ਚ ਇਹੋ ਗੱਲ ਕਹੀ ਸੀ ਕਿ ਐਤਕੀ ਚਾਹੇ ਡਾਕਟਰ ਨੂੰ ਰੱਖ ਲਓ ਚਾਹੇ ਮੈਨੂੰ ਰੱਖ ਲਓ। ਚਲੋ ਉਹਨਾਂ ਨੇ ਡਾਕਟਰ ਸਾਹਿਬ ਨੂੰ ਰੱਖ ਲਿਆ, ਮੈਨੂੰ ਅਲਵਿਦਾ ਕਰ। ਪਰ ਬੀਜੇਪੀ ਨੂੰ ਕਿਉਂ ਚੁਣਿਆ ਫਿਰ ਤੁਸੀਂ? ਬੀਜੇਪੀ 'ਚ ਅਜਿਹਾ ਤੁਹਾਨੂੰ ਕੀ ਨਜ਼ਰ ਆਇਆ? ਬੀਜੇਪੀ ਤਾਂ ਕਹਿੰਦੇ ਆਪ ਦੇ ਕੋਲ ਉਹਨਾਂ ਕੋਲ ਬੰਦੇ ਨਹੀਂ ਹੈ, ਸਾਰੇ ਪਾਰਟੀਆਂ ਤੋਂ ਬੰਦੇ ਇਕੱਠੇ ਹੋ ਕੇ ਆ ਗਏ। ਤੁਸੀਂ ਫੈਸਲਾ ਕਰ ਦਿਓ ਕਿਹੜੀ ਪਾਰਟੀ 'ਚ ਜਾਵਾਂ ਮੈਂ। ਨਹੀਂ, ਪੋਲੀਟੀਕਲ ਕੈਰੀਅਰ ਤੁਹਾਡਾ ਆਜ਼ਾਦ ਵੀ ਹੋ ਸਕਦਾ। ਪੋਲੀਟੀਕਲ ਕੈਰੀਅਰ ਬਾਰੇ ਮੈਂ ਸੋਚਿਆ ਹੀ ਨਹੀਂ। ਜਿਹਨਾਂ ਦੇ ਪਿੱਛੇ ਮੈਂ 19 ਸਾਲ ਲਾਤੇ ਉਹਨਾਂ ਮੈਨੂੰ ਮਿੱਟੀ 'ਚ ਮਿਲਾਤਾ, ਗਾਂ ਮੈਨੂੰ ਕਿਸੇ ਤੋਂ ਕੀ ਉਮੀਦ ਹੈ? ਇਹ ਚਰਚਾਵਾਂ ਹੈ ਕਿ ਆਪਸ ਦੇ ਵਿੱਚ ਟਿਊਨਿੰਗ ਮਜੀਠੀਆ ਔਰ ਸੁਖਬੀਰ ਦੀ ਵੀ ਨਹੀਂ ਹੋਈ। ਸਿਆਸਤ ਦੇ ਵਿੱਚ ਕਹਿੰਦੇ ਨੇ ਕੁਝ ਫਿਕਸ ਨਹੀਂ ਹੁੰਦਾ, ਸਿਆਸਤ ਹੁੰਦੀ ਹੀ ਅਨਸਰਟਨਟੀ ਹੈ। ਪੋਲਿਟਿਕਸ ਆਫ ਅਨਸਰਟਨਟੀ ਕਿਹਾ ਜਾਂਦਾ ਹੈ। ਔਰ ਸਿਆਸਤ ਦੇ ਵਿੱਚ ਨਾ ਕੋਈ ਪੱਕਾ ਦੋਸਤ ਹੁੰਦਾ, ਨਾ ਕੋਈ ਪੱਕਾ ਦੁਸ਼ਮਣ ਹੁੰਦਾ ਹੈ। ਇਹ ਗੱਲ ਕਈ ਵਾਰ ਇੰਟਰਵਿਊਆਂ ਦੇ ਵਿੱਚ ਬੋਲੀ ਜਾਂਦੀ ਹੈ, ਜ਼ਿਕਰ ਆਉਂਦਾ ਹੈ, ਕਿਉਂਕਿ ਸਿਆਸਤ ਦੇ ਵਿੱਚ ਅਸੀਂ ਵੇਖਦੇ ਹਾਂ ਕਈ ਲੋਕ ਜੋ ਪਿਛਲੇ ਲੰਬੇ ਸਮੇਂ ਤੋਂ ਕਿਸੇ ਪਾਰਟੀ ਨਾਲ ਜੁੜੇ ਹੁੰਦੇ ਨੇ ਉਹ ਇੱਕੋ ਦਮ ਪਾਰਟੀ ਨੂੰ ਅਲਵਿਦਾ ਕਹਿ ਦਿੰਦੇ ਨੇ, ਔਰ ਕਈ ਲੋਕ ਜਿਹੜੇ ਕਿਸੇ ਹੋਰ ਪਾਰਟੀ ਦੇ ਵਿੱਚ ਹੁੰਦੇ ਨੇ ਉਹ ਦੂਸਰੀ ਪਾਰਟੀ ਦੇ ਵਿੱਚ ਆ ਜਾਂਦੇ ਨੇ। ਅਕਾਲੀ ਦਲ ਦੀ ਗੱਲ ਕਰੀਏ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਸੀ ਕਿ ਜੋ ਰੁੱਸੇ ਹੋਏ ਨੇ ਉਹਨਾਂ ਨੂੰ ਘਰ ਵਾਪਸੀ ਦਾ ਸੱਦਾ ਦਿੱਤਾ ਜਾਊਗਾ, ਉਹਨਾਂ ਨੂੰ ਮਨਾਇਆ ਜਾਊਗਾ। ਪਰ ਕੀ ਸੁਖਬੀਰ ਸਿੰਘ ਬਾਦਲ ਜਿਹੜੇ ਪਾਰਟੀ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਨੂੰ ਹੀ ਨਹੀਂ ਸਾਂਭ ਪਾ ਰਹੇ? ਪਾਰਟੀ ਦੇ ਵਿੱਚ ਲਗਾਤਾਰ ਬਗਾਵਤਾਂ ਹੋ ਰਹੀਆਂ ਨੇ ਔਰ ਇੱਕ ਝੰਡਾ ਹੁਣ ਬੁਲੰਦ ਕੀਤਾ ਹੈ ਤਲਬੀਰ ਸਿੰਘ ਗਿੱਲੋਣਾ ਨੇ। ਮਾਝੇ ਦੀ ਜਦੋਂ ਗੱਲ ਆਉਂਦੀ ਹੈ ਤਲਬੀਰ ਗਿੱਲੋਣਾ ਦਾ ਨਾਮ ਆਉਂਦਾ ਹੈ। ਤਲਬੀਰ ਗਿੱਲੋਣਾ ਨੇ ਮਾਝੇ ਦੇ ਵਿੱਚ ਪੂਰੀ ਅਕਾਲੀ ਦਲ ਨੂੰ ਇੱਥੇ ਜੋੜ ਕੇ ਰੱਖਿਆ ਹੋਇਆ ਸੀ, ਪਰ ਅਜਿਹਾ ਕੀ ਹੋਇਆ ਕਿ ਹੁਣ ਤਲਬੀਰ ਗਿੱਲੋਣੀ ਹੀ ਅਕਾਲੀ ਦਲ ਤੋਂ ਨਾਰਾਜ਼ ਹੋ ਗਏ। ਸਾਡੇ ਨਾਲ ਤਲਬੀਰ ਗਿੱਲੋਣੀ ਮੌਜੂਦ ਨੇ। ਗਿੱਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਭਾਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਹਲਕਾ ਦੱਖਣੀ ਇੰਚਾਰਜ ਔਰ ਅਕਾਲੀ ਦਲ ਤੋਂ ਨਾਰਾਜ਼, ਕੀ ਕਾਰਨ?
ਨਹੀਂ ਹਲਕਾ ਦੱਖਣੀ ਜਿਹੜਾ ਵਾ ਉਹ ਅਕਾਲੀ ਦਲ ਤੋਂ ਨਾਰਾਜ਼ ਨਹੀਂ ਸੀਗਾ, ਸਾਨੂੰ ਨਾਰਾਜ਼ ਕੀਤਾ ਗਿਆ। ਸਾਨੂੰ ਨਾਰਾਜ਼ ਕੀਤਾ ਗਿਆ ਬੜੇ ਲੰਮੇ ਸਮੇਂ ਤੋਂ। ਅਸੀਂ ਬਾਈ ਜੀ ਇੱਥੇ ਅੰਮ੍ਰਿਤਸਰ 'ਚ ਰਹਿੰਦੇ ਹਾਂ। ਅੰਮ੍ਰਿਤਸਰ ਦੇ ਵਿੱਚ ਸਾਡਾ SGRD ਹਸਪੀਟਲ ਚੱਲਦਾ, ਸ਼੍ਰੀ ਗੁਰੂ ਰਾਮਦਾਸ ਹਸਪੀਟਲ ਜੀ, ਔਰ ਇੱਥੇ SGPC ਦਾ ਹੈੱਡਕੁਆਟਰ ਆ। ਔਰ ਸਭ ਤੋਂ ਵੱਡੀ ਗੱਲ ਕਿ SGPC ਦਾ ਸਭ ਤੋਂ ਜ਼ਿਆਦਾ ਮੁਲਾਜ਼ਮ ਹਲਕਾ ਦੱਖਣੀ 'ਚ ਰਹਿ ਰਿਹਾ। ਤੁਸੀਂ ਭਾਵੇਂ ਕੋਈ ਤਾਂ ਸਰਵੇ ਕਰਾ ਲਓ, ਠੀਕ ਹੈ। ਔਰ ਜਦੋਂ ਕਿਤੇ ਨਾ ਕਿਤੇ ਕੋਈ ਗੱਲ ਚੱਲਦੀ ਆ ਉਹਨਾਂ ਲੋਕਾਂ ਦੀ ਬਾਂਹ ਫੜਨ ਦੀ, ਕਿਉਂਕਿ ਕੋਈ ਵੀ ਬੰਦਾ ਸਰਬ ਕਲਾ ਸੰਪੂਰਨ ਨਹੀਂਗਾ। ਔਰ SGPC ਦੇ ਵਿੱਚ ਕਈ ਸਕੱਤਰ ਮੈਨੇਜਰ ਜਿਹੜੇ ਵੱਡੇ ਪੱਧਰ ਤੇ ਆਪਦੀਆਂ ਮਨਮਾਨੀਆਂ ਕਰਦੇ ਆ ਜੀ। ਔਰ ਉਸ ਤੋਂ ਬਾਅਦ ਸਾਡਾ ਫਰਜ਼ ਬਣਦਾ ਕਿ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਡੇ ਪ੍ਰੈਜ਼ੀਡੈਂਟ, ਅਸੀਂ ਉਹਨਾਂ ਨੂੰ ਦੱਸੀਏ ਜਾ ਕੇ। ਔਰ ਉਹ ਇਹੋ ਜਿਹੇ ਇਨਸਾਨ ਨੇ, ਇਹੋ ਜਿਹੇ ਸ਼ਖਸ ਨੇ, ਉਹ ਕਿਸੇ ਦੀ ਗੱਲ ਹੀ ਨਹੀਂ ਸੁਣਨ ਨੂੰ ਤਿਆਰ। ਔਰ ਇਹ ਨਹੀਂ ਕਿ ਜੇ ਉਹ ਤੁਹਾਡਾ ਮੁਲਾਜ਼ਮ ਆ ਤੇ ਉਹਨੂੰ ਆਪਾਂ ਰੋਲ ਦੇਣਾ, ਉਹ ਵੀ ਰੱਬ ਦਾ ਬਣਾਇਆ ਇਨਸਾਨ ਆ। ਇਸ ਦੁਨੀਆ ਤੇ ਜਿਹੜਾ ਵੀ ਆਇਆ ਉਹ ਤਾਂ ਰੱਬ ਨੇ ਤੇ ਕੁਝ ਬਣਾ ਕੇ ਭੇਜੇ ਆ। ਤੇ ਜੇ ਸਾਡੀ ਕਿਸੇ ਕੰਮ 'ਚ ਡਿਊਟੀ ਲੱਗੀ ਆ, ਜੇ ਉਹਨਾਂ ਦੀ ਕੋਈ ਸਿੱਧੀ ਸੁਣਵਾਈ ਨਹੀਂ, ਉਹ ਸਾਨੂੰ ਪਾਲਣ ਵਿੱਚ, ਅਸੀਂ ਜਾ ਕੇ ਆਪਦਾ ਜਿਹੜਾ ਸਾਰਾ ਕੁਝ ਚਿੱਠਾ ਉਹਨਾਂ ਦੇ ਅੱਗੇ ਰੱਖਦੇ ਆ, ਤੇ ਉਹਦੇ 'ਚ ਜੇ ਕੋਈ ਅਸਲੀਅਤ ਆ ਤੇ ਉੱਤੇ ਅਮਲ ਕਰਨ, ਤੇ ਜੇ ਗਲਤ ਆ ਤਾਂ ਸਾਨੂੰ ਸਮਝਾ ਦੇਣ। ਇੱਥੇ ਇਹ ਨਹੀਂ ਪਤਾ ਲੱਗਾ ਅਜੇ ਤੱਕ ਇੱਥੇ ਅਸਲੀਅਤ ਕੀ ਆ, ਇੱਥੇ ਗਲਤ ਕੀ ਆ। ਔਰ ਉੱਥੇ ਗਲਤ ਕੰਮਾਂ ਦਾ ਬੋਲਬਾਲਾ ਵਾ ਬਹੁਤ ਵੱਡੇ ਪੱਧਰ ਤੇ। ਔਰ ਧਾਮੀ ਸਾਹਿਬ ਨੇ ਦੱਸ ਸਕਦੇ ਹੋ ਕਿਸ ਤਰੀਕੇ ਦਾ ਗਲਤ ਬੋਲਬਾਲਾ ਕਿਵੇਂ ਹੋ ਰਿਹਾ ਹੈ, ਔਰ ਕੀ ਚੀਜ਼ਾਂ ਜਿਹੜੀਆਂ ਨੇ ਗਲਤ ਤਰੀਕੇ ਨਾਲ ਕੀਤੀਆਂ ਜਾ ਰਹੀਆਂ? ਦੇਖੋ ਉੱਥੇ ਜਿੰਨੇ ਕੋਈ ਸਕੱਤਰ ਨੇ, ਕੋਈ ਮੈਨੇਜਰ ਨੇ, ਉਹਨਾਂ ਦੇ ਸਾਰੇ ਫੈਮਿਲੀ ਮੈਂਬਰ ਉੱਥੇ ਭਰਤੀ ਹੋਏ ਆ। ਅੱਛਾ। ਔਰ ਉਹਨਾਂ ਨੂੰ ਤੇ ਧੜ ਪ੍ਰਮੋਸ਼ਨਾਂ ਦਿੱਤੀਆਂ ਜਾਂਦੀਆਂ। ਜਿਹੜਾ ਉੱਥੇ ਆਮ ਬੰਦਾ ਵਾ, ਆਮ ਵਰਕਰ ਆ, ਉਹਨੂੰ ਖੁੱਡੇ ਲਾਈਨ ਲਾ ਕੇ ਰੱਖਿਆ। ਕਈ ਇੱਥੇ ਇਹੋ ਜਿਹੇ ਬੰਦੇ ਆ ਕਿ ਅਜੇ ਤੱਕ, ਮੈਂ ਤੁਹਾਨੂੰ ਪ੍ਰੂਫ ਦੇ ਦਾਂਗਾ ਕਿ ਅਜੇ ਤੱਕ ਉਹ ਸੇਵਾਦਾਰ ਦੇ ਸੇਵਾਦਾਰ ਹੀ ਚੱਲੀ ਜਾਂਦੇ ਆ, ਉਹਨਾਂ ਦੀ ਰਿਟਾਇਰਮੈਂਟ ਲੱਗ ਗਈ। ਗਿੱਲ ਸਾਹਿਬ, ਇਹ ਲੜਾਈ SGPC ਨਾਲ ਹੈ, ਇਹ ਲੜਾਈ ਅਕਾਲੀ ਦਲ ਨਾਲ ਹੈ, ਇਹ ਲੜਾਈ ਸੁਖਬੀਰ ਸਿੰਘ ਬਾਦਲ ਨਾਲ ਹੈ, ਲੜਾਈ ਹੈ ਕਿਸ ਨਾਲ? ਦੇਖੋ ਮੇਰਾ ਕੋਈ ਐਡਾ ਵੱਡਾ ਮਸਲਾ ਜਿਹੜਾ ਇੱਕ ਆ, ਉਹ ਮੇਰਾ ਡਾਕਟਰ AP ਸਿੰਘ ਨਾਲ, ਲੋਕਾਂ ਦਾ ਕਰਕੇ, ਮੇਰਾ ਕੋਈ ਪਰਸਨਲ ਮਸਲਾ ਨਹੀਂ। ਠੀਕ ਹੈ। ਇਹਨਾਂ ਨੇ ਮੈਨੂੰ ਕੋਸ਼ਿਸ਼ ਕੀਤੀ ਆ ਥੋੜੇ ਦਿਨ, ਕੋਈ ਗੱਲ ਇਹਦੀ ਉੱਥੇ ਆਹ ਗੱਲ ਸੀ, ਇਹਦੀ ਆਹ ਗੱਲ, ਇਹ ਸਾਬਤ ਕਰ ਦੇਣ, ਮੈਂ ਸਿਆਸਤ ਛੱਡ ਦਾਂਗਾ। ਸੋ ਇਸ ਕਰਕੇ ਮੇਰੀ ਉਸ ਡਾਕਟਰ ਨਾਲ ਲੜਾਈ ਸੀਗੀ। ਇਹ ਅੱਜ ਦੀ ਨਹੀਂ, 3.5 ਸਾਲ ਪਹਿਲਾਂ ਦੀ ਲੜਾਈ ਚੱਲਦੀ ਆਉਂਦੀ ਹੈ। ਔਰ ਮੈਂ ਬਹੁਤ ਵਾਰ ਜਾ ਕੇ ਹੱਥ ਜੋੜੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਲੱਗੇ। ਤੁਸੀਂ ਉਦੋਂ ਕਿਉਂ ਨਹੀਂ ਫੈਸਲਾ ਲਿੱਤਾ ਪਾਰਟੀ ਛੱਡਣ ਦਾ? ਮੈਂ ਦੱਸਦਾ ਨਾ ਜੀ, ਮੈਂ ਉਦੋਂ ਵੀ ਗਿਆ। ਔਰ ਉਸ ਟਾਈਮ ਮੈਨੂੰ ਵੱਡੇ ਬਾਲ ਸਾਹਿਬ ਦੀ ਕਾਲ ਆ ਗਈ। ਮੈਨੂੰ ਉਹਨਾਂ ਨੇ ਕਿਹਾ, ਕਾਕਾ ਮੇਰਾ ਕਰਕੇ ਤੂੰ ਇੱਕ ਵਾਰ ਇਹ ਕੰਮ ਬੰਦ ਕਰ ਦੇ, ਮੈਂ ਤੇਰੀ ਹੱਕ ਰਸੀ ਕਰਾਵਾਂਗਾ। ਠੀਕ ਹੈ। ਔਰ ਮੈਂ ਘਰ ਦੇ ਵਿੱਚ ਸਲਾਹ ਕੀਤੀ, ਮੇਰੀ ਫੈਮਿਲੀ ਨੇ ਗੱਲ ਕਹੀ ਕਿ ਜਦੋਂ ਕੋਈ ਏਡਾ ਵੱਡਾ ਦਰਵੇਸ਼ ਸਿਆਸਤਦਾਨ ਦੀ ਤੈਨੂੰ ਕਾਲ ਆਈ ਆ, ਤੇ ਕਾਕਾ ਜਦੋਂ ਏਡੇ ਵੱਡੇ ਲੀਡਰ ਦੀ ਕਾਲ ਆਵੇ ਉੱਤੇ ਕਈ ਵਾਰ ਨਫੇ ਨੁਕਸਾਨ ਚੱਲਣੇ ਪੈਂਦੇ ਆ, ਤੇ ਤੂੰ ਚੁੱਪ ਕਰ ਜਾ। ਜੇ ਬਾਦਲ ਸਾਹਿਬ ਨੇ ਕਿਹਾ ਤੇ ਆਪਾਂ ਇਸ ਗੱਲ 'ਚ ਨਹੀਂ ਆਉਣਾ। ਠੀਕ ਹੈ। ਟਾਈਮ ਪੈ ਗਿਆ, ਲੌਂਗੋਵਾਲ ਸਾਹਿਬ ਨੂੰ ਮੇਰੀ ਕੰਪਲੇਂਟ ਦੇ ਕੇ ਗਿਆ। ਲੌਂਗੋਵਾਲ ਸਾਹਿਬ ਨੇ ਮੈਨੂੰ ਉੱਥੇ ਬੁਲਾਇਆ। ਉਹ ਕਹਿੰਦੇ ਜੀ ਅਸੀਂ ਇਹਦੀ ਇਨਕੁਆਇਰੀ ਮਾਰ ਕਰਦੇ ਨੇ, ਇਨਕੁਆਇਰੀ ਕਰਕੇ ਕੱਢ ਦੇਣਾ। ਕੀ ਸ਼ਿਕਾਇਤ ਕੀ ਸੀ ਤੁਹਾਡੀ? ਉੱਥੇ ਮਨਮਰਜ਼ੀਆਂ ਜੀ, ਲੋਕਾਂ ਦੀ ਬੇਇੱਜ਼ਤੀ ਜੀ, ਬਹੁਤ ਵੱਡੇ ਪੱਧਰ ਤੇ ਉਹ ਕਾਰੋਬਾਰ ਚੱਲ ਰਿਹਾ SGRD ਹਸਪੀਟਲ। ਉਹਦੇ ਕਾਰੋਬਾਰ ਹੈ, ਉਹ ਲੋਕਾਂ ਦੇ, ਉਹ ਚੈਰਿਟੀ ਵਾਲੀ ਤੇ ਗੱਲ ਹੀ ਨਹੀਂ ਹੈਗੀ ਉਹ 'ਚ ਕੋਈ, ਉਹ ਤੇ ਸਕੈਮ ਆ। ਕੋਈ ਈਗੋ ਕਲੈਸ਼ ਤਾਂ ਨਹੀਂ ਸੀਗਾ ਕਿ ਕਈ ਵਾਰ ਐ ਵੀ ਹੋ ਜਾਂਦਾ ਕਿ ਲੀਡਰ ਦਾ ਕੰਮ ਨਹੀਂ ਹੁੰਦਾ ਤਾਂ ਲੀਡਰ ਈਗੋ ਦੇ ਉੱਤੇ ਵੀ ਲੈ ਜਾਂਦੇ ਨੇ ਕਿ ਹਾਂ ਸਾਡਾ ਇਹ ਈਗੋ ਦਾ ਮੈਟਰ ਆ ਗਿਆ ਜੀ? ਮੈਂ ਦੱਸਦਾ ਜੀ, ਮੇਰੀ ਸਟਾਰਟਿੰਗ ਕਿੱਥੋਂ ਹੋਈ ਲੜਾਈ ਦੀ। ਉਸ ਡਾਕਟਰ ਨਾਲ ਮੇਰੀ ਲੜਾਈ ਦੀ ਸਟਾਰਟਿੰਗ ਇੱਥੋਂ ਹੁੰਦੀ ਆ। ਇੱਕ ਸਮਾਂ ਸੀਗਾ ਕੁਛ 3.5 ਸਾਲ ਪਹਿਲਾਂ, ਇੱਕ ਸਾਡੇ ਮਾਝੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਬਹੁਤ ਵੱਡੇ ਪੱਧਰ ਤੇ ਮੌਤਾਂ ਹੋਈਆਂ ਸੀਗੀਆਂ। ਇੱਕ ਮੁੱਛਲ ਪਿੰਡ ਪੈ ਜਾਂਦਾ ਜੀ, ਬਾਬਾ ਬਕਾਲਾ ਹਲਕੇ 'ਚ। ਮੁੱਛਲ ਪਿੰਡ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮੌਤਾਂ ਹੁੰਦੀਆਂ। ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਆਪ ਅਫਸੋਸ ਕਰਨ ਵਾਸਤੇ ਸ਼ਾਮ ਤੱਕ ਪਹੁੰਚਦੇ। ਔਰ ਉੱਥੇ ਸਾਨੂੰ ਹੁਕਮ ਹੁੰਦਾ ਕਿ ਜਿੰਨੇ ਵੀ SGPC ਦੇ ਹਸਪੀਟਲ ਦੇ ਵਿੱਚ ਇਹ ਮਰੀਜ਼ ਨੇ, ਕੁਝ ਗੁਰੂ ਰਾਮਦਾਸ ਸੀਗੇ, ਔਰ ਜਿੰਨੇ ਵੀ ਇਹ ਮਰੀਜ਼ ਨੇ, ਇਹਨਾਂ ਮਰੀਜ਼ਾਂ ਦੀ ਉੱਥੇ ਜਾਓ ਤੇ ਉਹਨਾਂ ਦੀ ਕੇਅਰ ਕਰੋ। ਠੀਕ ਹੈ। ਦੇਖੋ ਜਾ ਕੇ ਜੋ ਵੀ ਉਹਨਾਂ ਨੂੰ ਲੋੜ ਉਹਨਾਂ ਨੂੰ ਮੁਹੱਈਆ ਕਰਾਓ। ਹੁਣ ਸਾਡੀ SGPC ਦਾ ਹਸਪੀਟਲ ਹੋਵੇ, SGRD, ਬਾਦਲ ਸਾਹਿਬ ਦਾ ਹੁਕਮ ਹੋਵੇ, ਤੇ ਅਸੀਂ ਉੱਥੇ ਜਾ ਕੇ ਇੱਕ ਡੈੱਡ ਬੋਡੀ ਨਾ ਦਵਾ ਸਕੀਏ ਕਿਸੇ ਨੂੰ ਪੈਸਿਆਂ ਤੋਂ ਬਗੈਰ, ਤੇ ਦੁਰਲਾਨਤ ਨਹੀਂ ਕਿ ਫਿਰ ਸਾਡੇ ਇਹ ਸ਼ਾਬਾਸ਼ ਡਾਕਟਰ ਨੂੰ ਜਾਂਦੀ ਆ। ਮੈਂ ਉੱਥੇ ਗਿਆ, ਇਹਨਾਂ ਨੇ ਮਨਾ ਕਰਤਾ। ਸਿਰਫ ਕਿੰਨੇ ਪੈਸਿਆਂ ਪਿੱਛੇ? 9000 ਰੁਪਏ ਪਿੱਛੇ। ਮੈਂ 9000 ਰੁਪਏ ਦੀ ਪਰਚੀ ਕਟਾ ਕੇ ਲਿਆਇਆ ਉੱਥੋਂ, ਤੇ ਉਸ ਬੰਦੇ ਦੀ ਡੈੱਡ ਬੋਡੀ ਦਵਾਈ। ਮੈਂ ਬਾਦਲ ਸਾਹਿਬ ਨੂੰ ਦੱਸਿਆ ਕਿ ਬਾਦਲ ਸਾਹਿਬ ਗੱਲ 9000 ਦੀ ਨਹੀਂ ਗਈ, ਗੱਲ ਇੱਜ਼ਤ ਮਾਨ ਦੀ ਆ, ਤੁਸੀਂ ਸਾਨੂੰ ਭੇਜਿਆ ਤੇ ਕਿੱਡੀ ਕੁ ਵੱਡੀ ਗੱਲ ਆ। ਅਸੀਂ ਤਾਂ ਪ੍ਰਾਈਵੇਟ ਹਸਪਤਾਲਾਂ 'ਚ ਲੋਕਾਂ ਦੇ 50-50 ਹਜ਼ਾਰ ਦੇ ਇਲਾਜ ਫ੍ਰੀ ਕਰਾ ਦਿੰਨੇ ਆ। ਇਹਨਾਂ ਕਿ ਕਿਸੇ ਨੂੰ ਮਾਨਤਾ ਨਾ ਹੀ ਕਹਿ ਦਈਏ ਤੇ ਉਹ ਵੀ ਕਰ ਦਿੰਦਾ। ਤੇ ਸਾਡੇ ਹਸਪੀਟਲ ਦੇ ਵਿੱਚ ਸਾਡੀ ਕੀ ਇੱਜ਼ਤ ਆ ਬਈ, ਸਾਡੀ ਕੀ ਸੁਣਵਾਈ ਇੱਥੇ? ਔਰ ਉੱਥੇ ਬਹੁਤ ਵੱਡੇ, ਹੁਣ ਇੱਥੇ ਕਈ, ਮੈਂ ਜਿੱਦਾਂ ਮੁਲਾਜ਼ਮਾਂ ਦੀ ਗੱਲ ਕੀਤੀ, ਕਈਆਂ ਬਦਲੀਆਂ ਦੇ ਮਸਲੇ ਬਣ ਜਾਂਦੇ ਔਰ ਜੈਨੂਇਨ ਮਸਲੇ ਹੁੰਦੇ ਆ। ਗੱਲ ਇੱਥੇ ਮੁੱਕਦੀ ਆ ਕਿ ਉਹਦੇ ਨਾਲ ਮੇਰੀ ਕਲੇਸ਼ ਪੈ ਗਈ। ਬਿਕਰਮ ਸਿੰਘ ਮਜੀਠੀਆ ਜੀ ਨੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਇੱਕ ਵਾਰ ਵੀ ਕੋਸ਼ਿਸ਼ ਨਹੀਂ ਕੀਤੀ ਕਿ ਇਹਨਾਂ ਨੂੰ ਮੈਂ ਇਕੱਠਾ ਕਰਕੇ ਚੈੱਕ ਕਰਾਂ ਕਿ ਗਲਤੀ ਕਿਹਦੀ ਹੈ, ਕਿ ਮੇਰੀ ਗਲਤੀ ਹੈ, ਉਸ ਡਾਕਟਰ ਦੀ ਗਲਤੀ ਹੈ। ਅੱਜ 3.5 ਸਾਲ ਤੋਂ ਬਾਅਦ ਮੈਂ
ਉਸ ਤੋਂ ਬਾਅਦ ਘੱਟੋ ਘੱਟ 20 ਵਾਰ ਕਿਹਾ ਜੀ ਕਿ ਬਾਲ ਸਾਹਿਬ ਤੁਸੀਂ ਇੱਕ ਵਾਰ ਸਾਨੂੰ ਪਾਓ, ਜੇ ਮੇਰੀ ਗਲਤੀ ਆ ਮੈਨੂੰ ਕਹਿ ਦਿਓ, ਤੇ ਜੇ ਉਹਦੀ ਗਲਤੀ ਹੈ ਤੁਹਾਨੂੰ ਕਹੋਗੇ ਯਾਰ ਸਾਡੀ ਪਾਰਟੀ ਦਾ ਚੰਗਾ ਮਾੜਾ ਲੀਡਰ ਹੈ ਯਾਰ, ਇਹ ਲੋਕਾਂ ਦੇ ਕੰਮ ਕਹਿੰਦਾ, ਗੱਲ ਸੁਣੋ ਇਹਦੀ। ਇੱਥੋਂ ਤੱਕ ਵੀ ਕਿਸੇ ਨੇ ਮੁਨਾਸਬ ਨਹੀਂ ਸਮਝਿਆ, ਫੋਨ ਚੁੱਕਣੇ ਬੰਦ ਕਰਤੇ, ਗਾਂ ਪੀਆਂ ਨੇ ਫੋਨ ਚੁੱਕਣੇ ਬੰਦ ਕਰਤੇ, ਤੇ ਫਿਰ ਇਹ ਤੋਂ ਬਾਅਦ ਬੰਦਾ ਕਿੰਨਾ ਕੁ ਜਲੀਲ ਹੋਏਗਾ। ਇੰਨਾ ਚਹੇਤਾ ਕਿਉਂ ਹੈ ਡਾਕਟਰ ਨੂੰ, ਇੰਨਾ ਕਿਉਂ ਚਹੇਤਾ ਫਿਰ ਸੁਖਬੀਰ ਸਿੰਘ ਬਾਦਲ ਨੇ ਰੱਖਿਆ ਹੋਇਆ ਹੈ, ਕੀ ਕਾਰਨ ਨੇ ਉਹਦੇ ਪਿੱਛੇ ਦੇ? ਇਹ ਬਾਦਲ ਸਾਹਿਬ ਨੂੰ ਪਤਾ ਹੋਊਗਾ, ਇਹ ਤਾਂ ਉਹਨਾਂ ਨੂੰ ਪਤਾ ਹੋਊਗਾ। ਵੇਖੋ ਮੈਂ ਚੰਦੂ ਮਾਜਰਾ ਸਾਹਿਬ ਨੂੰ ਫੋਨ ਕੀਤਾ, ਮੈਂ ਗਰੇਵਾਲ ਸਾਹਿਬ ਨੂੰ ਫੋਨ ਕੀਤਾ, ਮੈਂ ਚੀਮਾ ਸਾਹਿਬ ਨੂੰ ਫੋਨ ਕੀਤਾ, ਮੈਂ ਹਰੇਕ ਲੀਡਰ ਨੂੰ ਫੋਨ ਕੀਤਾ ਕਿ ਵੇਖੋ ਜੇ ਤੇ ਕੋਈ ਸਾਡੇ 'ਚ ਕਮੀ ਆ ਸਾਨੂੰ ਦੱਸ ਦਿਓ ਜੀ। ਮੈਨੂੰ ਗਰੇਵਾਲ ਸਾਹਿਬ ਨੇ ਕਿਹਾ ਕਿ ਮੇਰਾ ਛੋਟਾ ਬ੍ਰਦਰ, ਮੈਨੂੰ ਨਾਂ ਨਹੀਂ ਉਹਨਾਂ ਦਾ ਪਤਾ, ਮੇਰਾ ਛੋਟਾ ਬ੍ਰਦਰ ਉੱਥੇ ਮੈਂਬਰ ਆ, ਪਰ ਹਾਲ ਸਾਡਾ ਵੀ ਤੇਰੇ ਵਾਲਾ ਹੀ ਆ, ਇੱਥੇ ਸੁਣਦਾ ਕੋਈ ਨਹੀਂ। ਤੇ ਦੱਸੋ ਫਿਰ ਇਹ ਪਾਰਟੀ ਕਾਦੀ ਆ? ਠੀਕ ਹੈ, ਪਾਰਟੀ ਦੇ ਵਿੱਚ ਮੇਰੀ ਸਰਦਾਰ ਸੁਖਬੀਰ ਸਿੰਘ ਬਾਦਲ ਨਹੀਂ ਸੁਣੀ, ਮੈਂ ਮਜੀਠੀਆ ਸਾਹਿਬ ਕੋ ਜਾਵਾਂ, ਮਜੀਠੀਆ ਸਾਹਿਬ ਨਹੀਂ ਸੁਣੀ ਤੇ ਮਜੀਠੀਆ ਦਾ ਤੁਸੀਂ ਸੱਜੀ ਬਾਹ ਮੰਨੇ ਜਾਂਦੇ ਸੀਗੇ ਜਦੋਂ ਵਿਕਰਮ ਮਜੀਠੀਆ ਹਲਕੇ 'ਚ ਨਹੀਂ ਹੁੰਦੇ ਸੀ, ਔਰ ਸਾਰਾ ਕੰਮਕਾਰ ਤੁਸੀਂ ਵੇਖਦੇ ਸੀਗੇ, ਤਾਂ ਕੀ ਆਪਣੀ ਸੱਜੀ ਬਾਹ ਦਾ ਵੀ ਖਿਆਲ? ਮੈਂ ਹਾਂ ਬਿਲਕੁਲ ਦੇਖਦਾ, ਮੇਰਾ ਅੱਜ ਵੀ ਤੁਸੀਂ ਰਿਕਾਰਡ ਕਢਾਓ, ਅੱਜ ਵੀ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ 15 ਦਿਨ ਹੋ ਗਏ ਉਹ ਅੰਮ੍ਰਿਤਸਰ 'ਚ ਨਹੀਂ ਆਏ, ਤੇ ਮੇਰਾ 15 ਦਿਨਾਂ ਦਾ ਸਾਰਾ ਰਿਕਾਰਡ ਕਢਾਓ, ਮੈਂ 15 ਦਿਨ ਲੋਕਾਂ 'ਚ ਰਿਹਾ, ਮੈਂ ਕੱਲਾ ਆਪਣੇ ਹਲਕਾ ਨਹੀਂ ਦੇਖਦਾ, ਮੇਰੇ ਕੋਲ ਮਜੀਠੇ ਹਲਕੇ ਦੇ ਭੈਣ ਭਰਾ ਹੋਏ ਮੈਂ ਉਹਨਾਂ ਦੀ ਵੀ ਗੱਲ ਸੁਣਦਾ, ਮੇਰੇ ਕੋਲ ਕੋਈ ਜਨਾਲੇ ਦਾ ਵੇ ਮੈਂ ਉਹਦੀ ਵੀ ਸੁਣਦਾ, ਮੇਰੇ ਦੱਖਣੀ ਵਾਲੇ ਮੇਰੇ ਡੇਲੀ ਆਉਂਦੇ ਮੈਂ ਉਹਨਾਂ ਦੀ ਸੁਣਦਾ, ਸ਼ਹਿਰ ਦੇ ਵਿੱਚੋਂ ਮੇਰੇ ਕੋਲ ਬੰਦੇ ਆਉਂਦੇ ਮੈਂ ਸਾਰਿਆਂ ਦੀ ਸੁਣਦਾ, ਮੈਂ ਹਰ ਇੱਕ ਦੀ ਗੱਲ ਸੁਣਦਾ। ਹਾਂ ਜਿੱਥੇ ਮੇਰੀ ਜ਼ੋਰ ਚੱਲਦੀ ਆ ਮੈਂ ਠੋਕ ਕੇ ਕੰਮ ਵੀ ਕਰਾਉਣਾ। ਬਲਟੋਹਾ ਵੀ ਤੁਹਾਨੂੰ ਮਨਾਉਣ ਵਾਸਤੇ ਆਏ ਸੀਗੇ? ਹਾਂਜੀ, ਬਲਟੋਹਾ ਹੋਣੀ ਵੀ ਮਨਾਉਣ ਵਾਸਤੇ ਆਏ ਸੀ? ਨਹੀਂ ਮਨਾਉਣ ਵਾਸਤੇ ਨਹੀਂ, ਉਹਨਾਂ ਨੇ ਕੱਲ ਮੇਰੇ ਕਿਸੇ ਰਿਸ਼ਤੇਦਾਰ ਨੂੰ ਕਾਲ ਕੀਤੀ ਕਿ ਉਹਨਾਂ ਨੂੰ ਕਹੋ ਮੇਰੇ ਨਾਲ ਇੱਕ ਵਾਰ ਗੱਲ ਕਰੇ, ਮੈਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਬੁਖਾਰ ਬਹੁਤ ਆ ਤੇ ਤੂੰ ਮੇਰੇ ਕੋਲ ਘਰ ਆ, ਮੈਂ ਉਹਨਾਂ ਦੇ ਘਰ ਗਿਆ, ਮੈਂ ਉਹਨਾਂ ਨੂੰ ਕਿਹਾ, ਮੈਨੂੰ ਕਹਿੰਦੇ ਕੋਈ ਮਾੜੀ ਮੋਟ ਕੋਈ ਰਾਇਤ, ਮੈਂ ਕਿਹਾ ਜੀ ਫਿਰ ਰਾਇਤ ਤੁਹਾਡੇ ਸਾਹਮਣੇ ਹੀ ਆ, ਦੇਖ ਲਓ ਫਿਰ ਰਾਇਤ ਕੀ ਮਤਲਬ? ਇਹ ਕੋਈ ਪਰਚੂਨ ਦਾ ਕੋਈ ਖਰੀਦਣ ਦੇ ਕੰਮ ਹੈ ਕਿ ਕਿਵੇਂ, ਮਤਲਬ ਰਾਇਤ ਕਿਸ ਚੀਜ਼ ਦੀ? ਰਾਇਤ ਉਹ ਚਾਹੁੰਦੇ ਸੀ ਕਿ ਤੂੰ ਐਡਾ ਜ਼ਬਰਦਸਤ ਸਟੈਪ, ਯਾਰ ਦੇਖੋ ਮੈਂ ਜਲੀਲ ਹੋ ਕੇ ਚੱਲਿਆ, ਪਾਰਟੀ ਛੱਡਣ ਨੂੰ ਮੇਰਾ ਜੀ ਨਹੀਂ ਕਰਦਾ, ਅੱਜ ਵੀ ਨਹੀਂ ਜੀ ਕਰਦਾ, ਮੇਰੇ ਪਿਓ ਦਾਦਿਆਂ ਦੀ ਪਾਰਟੀ ਮੇਰੇ ਘਰ 'ਚ ਗਲੇ ਪਈ ਪਾਰਟੀ ਤੋਂ ਕਿ ਨਹੀਂ ਜਾਣਾ ਉਧਰ, ਪਰ ਮੈਂ ਇਹਨਾਂ ਦੇ ਸਿਰ ਚੜ ਕੇ ਚੱਲਿਆ। ਮੈਂ ਪਹਿਲੇ ਦਿਨ ਪਹਿਲਾਂ ਵੀ ਜਦੋਂ ਸਭ ਤੋਂ ਪਹਿਲਾਂ ਵੀ ਮੈਂ ਇੱਕ ਵੀਡੀਓ ਪਾਈ ਸੀ ਅੱਜ ਤੋਂ 3.5 ਸਾਲ ਪਹਿਲਾਂ, ਮੈਂ ਬਾਦਲ ਸਾਹਿਬ ਦਾ ਹੁਕਮ ਮੰਨਦਿਆਂ ਮੈਂ ਉਦੋਂ ਵੀ ਇਹ ਗੱਲ ਕਹਿਤੀ ਸੀ ਕਿ ਇੱਕ ਮਿਆਨ 'ਚ 2 ਕਿਰਪਾਨਾਂ ਨਹੀਂ ਹੋ ਰਹਿਣਗੀਆਂ, ਚਾਹੇ ਮੈਨੂੰ ਰੱਖ ਲਓ ਚਾਹੇ ਤੁਸੀਂ ਡਾਕਟਰ ਸਾਹਿਬ ਨੂੰ ਰੱਖ ਲਓ। ਹੁਣ ਵੀ 3.5 ਸਾਲ ਬਾਅਦ ਮੈਂ ਹੁਣ ਜਿਹੜਾ ਆ ਕੇ ਸਟੈਪ ਚੁੱਕਿਆ, ਉਹਦੀ ਮੈਂ ਪਹਿਲੀ ਵੀਡੀਓ 'ਚ ਇਹੋ ਗੱਲ ਕਹੀ ਸੀ ਕਿ ਐਤਕੀ ਚਾਹੇ ਡਾਕਟਰ ਨੂੰ ਰੱਖ ਲਓ ਚਾਹੇ ਮੈਨੂੰ ਰੱਖ ਲਓ, ਚਲੋ ਉਹਨਾਂ ਨੇ ਡਾਕਟਰ ਸਾਹਿਬ ਨੂੰ ਰੱਖ ਲਿਆ, ਮੈਨੂੰ ਅਲਵਿਦਾ ਕਰ। ਗਿੱਲ ਸਾਹਿਬ ਗੱਲ ਇਹ ਵੀ ਆ ਜਾਂਦੀ ਹੈ ਨਾ, ਉਹ ਕਹਿੰਦੇ ਕਿ ਜੇ ਬੰਦਾ ਪਾਰਟੀ ਛੱਡ ਵੀ ਰਿਹਾ ਹੈ, ਪਾਰਟੀ ਛੱਡਣ ਦਾ ਫੈਸਲਾ ਵੀ ਲੈ ਲਿਆ, ਭਰਿਆ ਮਨ ਹੈ ਤੁਹਾਡਾ, ਤੁਸੀਂ ਕਿਹਾ ਕਿ ਮੈਨੂੰ ਜਲੀਲ ਵੀ ਕੀਤਾ, ਠੀਕ ਹੈ ਤੁਸੀਂ ਆਪਣੀ ਜਗ੍ਹਾ ਤੇ ਠੀਕ ਹੈਗੇ ਹੋ, ਪਰ ਜਿਹੜੀ ਨਵੀਂ ਪਾਰਟੀ ਜਾਓਗੇ ਕੀ ਉਹਦੇ ਨਾਲ ਮਸਲੇ ਹੱਲ ਹੋ ਜਾਣਗੇ? ਕੀ ਉਹ ਜਸਟੀਫਾਈ ਕਰਦਾ ਹੈ ਚੀਜ਼ਾਂ ਨੂੰ? ਬਾਈ ਜੀ ਮੈਂ ਕਿਹਾ ਮੈਂ ਸਿਰ ਚੜ ਕੇ ਚੱਲਿਆ, ਮੈਨੂੰ ਵੀ ਦੀਦਾ ਕਿ ਜੋ ਮੇਰਾ ਇਸ ਪਾਰਟੀ ਸਟੇਟਸ ਉਧਰ ਕਿਸੇ 'ਚ ਵੀ ਨਹੀਂ ਅਜੇ ਬਣਨਾ, ਨਹੀਂ ਬਣਨਾ, ਪਰ ਇੱਜ਼ਤ ਤੋਂ ਚੰਗਾ ਕੁਛ ਨਹੀਂ, ਜਿਸ ਬੰਦੇ ਦੀ ਇੱਜ਼ਤ ਨਹੀਂ ਉਹਦੇ ਲਈ ਕੁਛ ਵੀ ਨਹੀਂ, ਮੈਂ ਇੱਜ਼ਤ ਦੀ ਖਾਤਰ ਉਧਰ ਚੱਲਿਆ। 18 ਤਰੀਕ ਨੂੰ ਤੁਸੀਂ ਜੁਆਇਨ ਕਰ ਰਹੇ ਹੋ? ਹਾਂ ਮੈਂ 18 ਨੂੰ ਜੁਆਇਨ ਕਰ ਰਿਹਾ, ਮੇਰੀ ਉਹਨਾਂ ਨਾਲ ਕੋਈ ਏਡੀ ਸਾਂਝ ਨਹੀਂ, ਮੈਂ ਉਹਨਾਂ 'ਚ ਜਾਣਦਾ ਹੀ ਨਹੀਂ ਕਿਸੇ ਨੂੰ, ਮੈਂ ਜਿਹੜੀ ਪਾਰਟੀ 'ਚ ਰਹਿਣਾ ਮੈਂ ਉਹਦੇ ਗੁਣ ਗਾਇਨ ਕਰਦਾ, ਮੇਰਾ ਇੱਕ ਇਹੋ ਜਿਹਾ ਸੁਭਾਅ। ਮੈਂ ਪਰ ਬੀਜੇਪੀ ਨੂੰ ਕਿਉਂ ਚੁਣਿਆ ਫਿਰ ਤੁਸੀਂ? ਬੀਜੇਪੀ 'ਚ ਅਜਿਹਾ ਤੁਹਾਨੂੰ ਕੀ ਨਜ਼ਰ ਆਇਆ? ਬੀਜੇਪੀ ਤਾਂ ਕਹਿੰਦੇ ਆਪ ਦੇ ਕੋਲ ਉਹਨਾਂ ਕੋਲ ਬੰਦੇ ਨਹੀਂ ਹੈ, ਸਾਰੇ ਪਾਰਟੀਆਂ ਤੋਂ ਬੰਦੇ ਇਕੱਠੇ ਹੋ ਕੇ ਆ ਗਏ, ਤੁਸੀਂ ਫੈਸਲਾ ਕਰ ਦਿਓ ਕਿਹੜੀ ਪਾਰਟੀ 'ਚ ਜਾਵਾਂ ਮੈਂ। ਨਹੀਂ ਪੋਲੀਟੀਕਲ ਕੈਰੀਅਰ ਤੁਹਾਡਾ ਆਜ਼ਾਦ ਵੀ ਹੋ ਸਕਦਾ ਹੈ, ਕੈਰੀਅਰ ਬਾਰੇ ਮੈਂ ਸੋਚਿਆ ਹੀ ਨਹੀਂ, ਜਿਹਨਾਂ ਦੇ ਪਿੱਛੇ ਮੈਂ 19 ਸਾਲ ਲਾਤੇ ਉਹਨਾਂ ਮੈਨੂੰ ਮਿੱਟੀ 'ਚ ਮਿਲਾਤਾ, ਗਾਂ ਮੈਨੂੰ ਕਿਸੇ ਤੋਂ ਕੀ ਉਮੀਦ ਆ? ਮੈਂ ਤਾਂ ਪੋਲੀਟੀਕਲ ਸੋਚਦਾ ਹੀ ਨਹੀਂ, ਮੈਂ ਤਾਂ ਬੰਦਾ ਹੀ ਇਹੋ ਜਿਹਾ, ਮੈਂ ਤਾਂ ਜਜ਼ਬਾਤੀ ਬੰਦਾ, ਮੈਂ ਤਾਂ ਹਰ ਇੱਕ ਬੰਦੇ ਨਾਲ ਮੈਂ ਖੜਨ ਵਾਲਾ ਬੰਦਾ, ਮੈਂ ਕਈ ਵਾਰ ਆਪਦੇ ਜ਼ਿੰਦਗੀ 'ਚ ਨੁਕਸਾਨ ਕਰਾਏ ਲੋਕਾਂ ਦੇ ਫਾਇਦਿਆਂ ਵਾਸਤੇ, ਠੀਕ ਹੈ, ਮੈਂ ਕੋਈ ਪੋਲੀਟੀਕਲ ਨਹੀਂ ਸੋਚਿਆ। ਜਾਖੜ ਸਾਹਿਬ ਨੇ ਕੀ ਕਿਹਾ? ਨਹੀਂ ਜਾਖੜ ਸਾਹਿਬ ਨੇ ਮੈਨੂੰ ਵੈਲਕਮ ਕਿਹਾ, ਕਹਿੰਦੇ ਜੀ ਆਇਆਂ ਨੂੰ, ਮੈਂ ਉਹਨਾਂ ਨੂੰ ਮਿਲਿਆ ਜਾ ਕੇ, ਮੈਂ ਹੋਰ ਵੀ ਸੀਨੀਅਰ ਲੀਡਰਾਂ ਨੂੰ ਮਿਲਿਆ ਦਿੱਲੀ ਜਾ ਕੇ, ਸਾਰਿਆਂ ਨੇ ਜੀ ਆਇਆ ਕਿ ਰਪਾਨੀ ਸਾਹਿਬ ਨਾਲ ਮੇਰੀ ਗੱਲ ਹੋਈ, ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਆਓ ਤਗੜੇ ਹੋ ਕੰਮ ਕਰੋ। ਐਦਾਂ ਤਾਂ ਨਹੀਂ ਕਿ ਬੀਜੇਪੀ ਦੇ ਕੋਲ ਸਿੱਖ ਚਿਹਰਾ ਵੀ ਨਹੀਂ ਹੈਗਾ, ਗੁਰੂ ਨਗਰੀ ਹੈ, ਸਿੱਖ ਤੇ ਚਿਹਰਾ ਵੀ ਚਾਹੀਦਾ ਹੈ, ਤਾਂ ਕਿਥੇ ਐਮਪੀ ਦੀ ਚੋਣ ਲੜਾਉਣ ਵਾਸਤੇ ਇੱਕ ਸਿੰਗਲ ਡਿਮਾਂਡ ਨਹੀਂ ਲੈ ਕੇ ਗਿਆ, ਇੱਕ ਸਿੰਗਲ ਡਿਮਾਂਡ ਨਹੀਂ ਰੱਖੀ ਉਹਨਾਂ ਅੱਗੇ। ਉਹਨਾਂ ਨੂੰ ਮੈਂ ਇੰਨਾ ਜ਼ਰੂਰ ਕਿਹਾ ਕਿ ਮੇਰਾ ਕੰਮ ਵੇਖ ਲਿਓ, ਜੇ ਮੇਰਾ ਕੰਮ ਤੁਹਾਨੂੰ ਠੀਕ ਲੱਗੇ ਤਾਂ ਤੱਕੜੀ ਫੜ ਕੇ ਉਹਨਾਂ ਕੋ ਮੈਨੂੰ ਇੱਜ਼ਤ ਮਾਨ ਦੇ ਦਿਓ, ਜੇ ਮੇਰਾ ਕੰਮ ਠੀਕ ਨਹੀਂ ਲੱਗੂਗਾ ਤੇ ਮੈਨੂੰ ਦੱਸ ਦਿਓ ਕਿ ਸਾਨੂੰ ਤੇਰੇ ਕੰਮ ਤੋਂ ਅਸੀਂ ਸੰਤੁਸ਼ਟ ਨਹੀਂ, ਤੇ ਮੈਂ ਚੁੱਪ ਕਰਕੇ ਘਰ ਬਹਿ ਜਾਵਾਂਗਾ। ਅਕਾਲੀ ਦਲ ਨੇ ਤਾਂ 9 ਮਾਸ ਦਾ ਰਿਸ਼ਤਾ ਵੱਖ ਕਰਤਾ ਸੀਗਾ ਕਿਸਾਨੀ ਅੰਦੋਲਨ ਦੇ ਚਲਦਿਆਂ ਹੋਇਆਂ, ਔਰ ਤੁਸੀਂ ਹੁਣ ਆਪ ਭਾਵੇਂ ਤੁਹਾਡਾ ਵੀ 9 ਮਾਸ ਦਾ ਰਿਸ਼ਤਾ ਵੱਖ ਹੋ ਰਿਹਾ ਹੈ, ਪਰ ਉਹ ਤੁਸੀਂ ਪਾਰਟੀ 'ਚ ਜਾ ਰਹੇ ਹੋ ਜਿਨ੍ਹਾਂ ਨਾਲ ਅਕਾਲੀ ਦਲ ਦਾ ਤੋੜ ਵਿਛੋੜਾ ਹੋਇਆ। ਲੱਗਦਾ ਕਿ ਲੋਕ ਜਿਹੜੇ ਇੱਥੋਂ ਦੇ ਲੋਕ ਨੇ ਉਹ ਤੁਹਾਨੂੰ ਐਕਸੈਪਟ ਕਰਨਗੇ ਬੀਜੇਪੀ ਦੇ ਵਿੱਚ? ਦੇਖੋ ਲੋਕ ਮੈਨੂੰ ਐਕਸੈਪਟ ਕਰਨ ਜਾਂ ਨਾ ਕਰਨ ਮੈਨੂੰ ਏਡੀ ਕੋਈ ਹੈ ਨਹੀਂ, ਮੈਂ ਆਪਦੇ ਭੈਣ ਭਰਾਵਾਂ ਨਾਲ ਸਲਾਹ ਕੀਤੀ ਹੋਈ ਹੈ। ਮੈਂ ਫੇਰ ਕਹਿਣਾ ਮੈਂ ਕੋਈ
ਸੋਚਿਆ ਹੀ ਨਹੀਂਗਾ ਕੋਈ ਮੁਨਾਫੇ ਬਾਰੇ ਕਿ ਅੱਛਾ ਮੇਰਾ ਬੈਨੀਫਿਟ ਜੇ ਐ ਹੋ ਜਾਂਦਾ, ਕਿਉਂਕਿ ਦੇਖੋ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਅਕਾਲੀ ਦਲ ਔਰ ਭਾਜਪਾ ਦਾ ਮੁੜ ਗੱਠਜੋੜ ਹੋ ਸਕਦਾ ਹਾਂ ਹੈ, ਬੜੀ ਵਧੀਆ ਗੱਲ ਹੋਣੀ ਹੈਨਾ? ਚਾਹੀਦਾ। ਤੇ ਜੇ ਦੁਬਾਰਾ ਫੇਰ ਗੱਠਜੋੜ ਹੋ ਜਾਂਦਾ ਫਿਰ ਕੀ ਤੁਸੀਂ ਭਾਜਪਾ ਛੱਡ ਮੈਂ ਦੋਗੇ? ਭਾਜਪਾ 'ਚ ਰਵਾਂਗਾ। ਭਾਜਪਾ 'ਚ ਰਵਾਂਗਾ। ਪਰ ਫਿਰ ਕਿਵੇਂ ਤੁਸੀਂ ਨਾਲ ਆਪਸ ਦੇ ਵਿੱਚ ਤਾਲਮੇਲ ਕਰਕੇ ਨਹੀਂ ਮੈਂ ਚੱਲੋਗੇ? ਆਪਦੀ ਪਾਰਟੀ ਵਾਲਿਆਂ ਨਾਲ ਸੰਪਰਕ ਰੱਖਾਂਗਾ, ਮੈਂ ਨਹੀਂ ਇੱਧਰ ਆਵਾਂਗਾ। ਮੈਨੂੰ ਕੀ ਲੋੜ, ਮੈਨੂੰ ਜਿਹੜਾ ਬੰਦਾ ਕਿਸੇ ਨੂੰ ਜਲੀਲ ਕਰਕੇ ਕੱਢੇ ਉਹ ਕਿੱਦਾਂ ਕਿਸੇ ਦੇ ਘਰ ਜਾ ਵੜੂਗਾ ਜੀ ਦੁਬਾਰਾ ਬਾਅਦ 'ਚ? ਇਹਨਾਂ ਨੇ ਮੈਨੂੰ ਇੱਕ ਫੋਨ ਕਰਨਾ ਮੁਨਾਸਬ ਨਹੀਂ ਸਮਝਿਆ, ਇਹਨਾਂ ਦੇ ਪੀਏ ਸਾਡਾ ਫੋਨ ਚੁੱਕਣੋਂ ਹਟ ਗਏ। ਦੱਸੋ ਯਾਰ, ਅਸੀਂ ਵੀ ਰੱਬ ਦੇ ਬਣਾਏ ਬੰਦੇ ਆ। ਜਿਹੜੀ ਚਰਚਾਵਾਂ ਚੱਲਦੀਆਂ ਨੇ ਕਿ ਸੁਖਬੀਰ ਬਾਦਲ ਉਹਨਾਂ ਦੇ ਆਸ-ਪਾਸ ਜਿਹੜੀ ਕੋਰ ਜੁੰਡਲੀ ਹੈ, ਕਹਿੰਦੇ ਉਹੀ ਬੰਦੇ ਨੂੰ ਕਿਸੇ ਨੂੰ ਨਾਲ ਲੱਗਣ ਨਹੀਂ ਦਿੰਦੇ, ਉਹੀ ਨਹੀਂ ਚਾਹੁੰਦੇ ਕਿ ਕੋਈ ਹੋਰ ਬੰਦਾ ਵੀ ਅੱਗੇ ਆ ਜਾਵੇ, ਕੋਈ ਹੋਰ ਬੰਦੇ ਦੀ ਨੇੜਤਾ ਪ੍ਰਧਾਨ ਦੇ ਨਾਲ ਹੋ ਜਾਏ। ਕੀ ਵਾਕਈ ਸੱਚ ਹੈ ਇਹ? ਇਹਨਾਂ ਗੱਲਾਂ ਬਾਰੇ ਮੈਨੂੰ ਬਾਹਲਾ ਨਹੀਂ ਪਤਾ। ਮੈਂ ਤੇ ਆਪ ਦੀ ਗੱਲ ਕਰਦਾ ਕਿ ਮੈਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਇੱਕ ਗੱਲ ਦੱਸ ਦੇਣ ਕਿ ਤਲਵੀਰ ਸਿੰਘ ਤੇਰੀ ਇੱਥੇ ਡਿਊਟੀ ਲਾਈ, ਤੂੰ ਉੱਥੇ ਕਤਾਈ ਕੀਤੀ ਆ, ਇੱਕ ਗੱਲ ਮੈਨੂੰ ਦੱਸ ਦੇਣ ਤੇ ਮੈਂ ਮੀਡੀਆ 'ਚ ਮਾਫੀ ਮੰਗਦਾ। ਤੁਸੀਂ ਪਿੱਛੇ ਜੇ ਵੀ ਮੈਨੂੰ ਜਿਹੜਾ ਸਰਦਾਰ ਬਿਕਰਮ ਸਿੰਘ ਮਜੀਠੀਆ ਕਹਦੇ ਕਿ ਤਲਵੀਰ ਸਿੰਘ ਤੂੰ ਮੇਰੇ ਤੋਂ 1 ਇੰਚ ਵੀ ਪਿੱਛੇ ਰਿਹਾ, ਮੈਂ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਛਾਤੀ ਦੇ ਅੱਗੇ ਖੜਨ ਵਾਲਾ ਇਨਸਾਨ ਆ। ਮੈਂ ਕੰਧ ਵਾਂਗੂ ਇਹਨਾਂ ਦੇ ਨਾਲ ਰਿਹਾ। ਉਹ ਚੋਣਾਂ 'ਚ ਨਜ਼ਰ ਵੀ ਆਇਆ। ਹਾਂ, ਮੈਂ ਕੰਧ ਵਾਂਗੂ ਇਹਨਾਂ ਨਾਲ ਰਿਹਾ, ਕੰਧ ਵਾਂਗੂ ਖੜ ਕੇ ਰਿਹਾ। ਪਰ ਮਾੜੀ ਮੇਰੀ ਕਿਸਮਤ ਕਿ ਜਿੱਦਣ ਮੈਨੂੰ ਕਦੇ ਲੋੜ ਪੈ ਜਾਂਦੀ ਸੀ, ਮੇਰੀ ਕਿਤੇ ਸੁਣਵਾਈ ਨਹੀਂ ਹੋਈ। ਕਦੀ ਵੀ ਨਹੀਂ ਇਹਨਾਂ ਨੇ ਸਾਥ ਦਿੱਤਾ, ਕਦੀ ਨਹੀਂ ਦਿੱਤਾ। ਮਲਾਲ ਹੁੰਦਾ ਮੇਰੀ ਬਾਈ ਲੜਾਈ ਫਸਟ ਯਾਰ ਡਾਕਟਰ ਏਪੀ ਨਾਲ ਬਣੀ, ਪਹਿਲੀ ਲੜਾਈ ਮੇਰੀ ਬਣੀ ਇਹ ਬੰਦੇ ਨਾਲ, ਹੋਰ ਮੇਰੀ ਕਿਹੜੀ ਗੱਲ? ਮਲਾਲ ਆਉਂਦਾ ਇਸ ਚੀਜ਼ਾਂ ਦਾ ਕਈ ਵਾਰ ਕਿ ਇੰਨਾ ਕੁਝ ਪਾਰਟੀ ਨੂੰ ਦਿੱਤਾ, ਇੰਨਾ ਕੁਝ ਆਪਣਾ ਸਭ ਕੁਝ ਨਿਸ਼ਾਵਰ ਹੀ ਕਰਤਾ ਤੁਸੀਂ। ਬਿਲਕੁਲ ਬਿਲਕੁਲ। ਬਹੁਤ ਸਾਰੇ ਰਿਸ਼ਤੇ ਤੁਹਾਡੇ ਖਰਾਬ ਹੋਏ ਹੋਣਗੇ ਇਸ ਕਰਕੇ। ਦੁੱਖ ਹੋਇਆ। ਮਜੀਠੀਆ ਉਹਨਾਂ ਨੇ ਵੀ ਕੋਈ ਕਾਲ ਕੀਤੀ? ਨਹੀਂ, ਲੋੜ ਵੀ ਨਹੀਂ ਹੁਣ ਮੈਨੂੰ ਕਾਲ ਦੀ ਉਹਨਾਂ ਦੀ, ਕੋਈ ਲੋੜ ਨਹੀਂ। ਜਿਵੇਂ ਅਕਸਰ ਕਿਹਾ ਜਾਂਦਾ ਹੈ ਕਿ ਪੋਲਿਟਿਕਸ ਦੇ ਵਿੱਚ ਜੇਕਰ ਤੁਹਾਡਾ ਕੋਈ ਮਾਈ ਬਾਪ ਨਹੀਂ ਹੈਗਾ, ਤੁਹਾਡੇ ਉੱਤੇ ਤੁਹਾਡੇ ਉਹ ਲੀਡਰ ਨਹੀਂ ਹੈਗੇ, ਤਾਂ ਨਵੇਂ ਮੁੰਡਿਆਂ ਨੂੰ ਜਾਂ ਕਹਿ ਲਓ ਕਿ ਜਿਹੜੇ ਆਪ ਖੜੇ ਹੋਏ ਹੁੰਦੇ ਨੇ ਉਹਨਾਂ ਨੂੰ ਰਾਹ ਨਹੀਂ ਪਾਇਆ ਜਾਂਦਾ। ਦੇਖੋ, ਮੈਂ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਨੂੰ ਮਾਈ ਬਾਪ ਸਮਝ ਕੇ ਚੱਲਿਆ ਸਿਆਸਤ ਦਾ, ਤੇ ਉਸ ਮਾਈ ਬਾਪ ਨੇ ਮੁੱਲ ਨਹੀਂ ਪਾਇਆ ਜਿਹਦੇ ਨਾਲ ਮੈਂ 19 ਸਾਲ ਟਾਈਮ ਕੱਢਿਆ। ਥੋੜਾ ਨਹੀਂ ਹੁੰਦਾ। ਤੇ ਹੋਰ ਮੈਂ ਗਾਂ ਕਿਤੋਂ ਆਸ ਉਮੀਦ ਰੱਖਾਂਗਾ? ਕਿਸੇ ਤੋਂ ਆਸ ਉਮੀਦ ਨਹੀਂ ਹੁੰਦੀ। ਬਸ ਇੱਕ ਉਹ ਰੱਬ ਦੀ ਛੜਤੀ ਆ, ਤੇ ਆਪਣੇ ਆਪ ਤੇ ਇੰਨਾ ਕੁ ਫਖਰ ਆ ਕਿ ਯਾਰ ਕੰਮ ਦੀ ਸਪੀਡ ਹੀ ਇੰਨੀ ਵਧਾ ਦਾਂਗੇ ਕਿ ਸ਼ਾਇਦ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵਾਹਿਗੁਰੂ ਕਿਤੇ ਤੇ ਸੁਣੂਗਾ ਜੀ ਸਾਡੀ। ਕੋਈ ਗੱਲ ਨਹੀਂ, ਲੋਕਾਂ ਦੀ ਸੇਵਾ ਕਰਨੀ ਹੈ, ਜਿੰਨਾ ਚਿਰ ਉਹ ਮਹਾਰਾਜ ਨੇ ਸਵਾਸ ਦਿੱਤੇ, ਤਗੜੇ ਹੋ ਕੇ ਸੇਵਾ ਕਰਾਂਗੇ, ਤਗੜੇ ਹੋ ਕੇ ਸੇਵਾ ਕਰਾਂਗੇ। ਔਰ ਜਿਹੜਾ ਇਹ ਇਸ਼ੂ ਹੈ ਤੁਹਾਡਾ ਡਾਕਟਰ ਨਾਲ, ਨਹੀਂ ਇਹਨਾਂ ਮੇਰਾ ਕੋਈ ਨਹੀਂ, ਫਿਰ ਖਤਮ ਹੋ ਜਾਏਗਾ ਇਸ਼ੂ। ਕੀ ਫਿਰ ਲੋਕ ਲੋਕ ਧੱਕੇ ਖਾਂਦੇ ਖਾਈ ਜਾਣ ਲੋਕ ਮੈਨੂੰ। ਹਾਂ, ਫਿਰ ਮੇਰੇ ਕੋਲ ਕੋਈ ਆਇਆ ਕਰੇਗਾ, ਮੇਰੇ ਕੋਲ ਕੋਈ ਵੀ ਇਸ਼ੂ ਆਊਗਾ, ਮੈਂ ਤਗੜਾ ਹੋ ਕੇ ਉੱਥੇ ਹਸਪੀਟਲ ਦੇ ਬੂਹੇ ਅੱਗੇ ਬਹਿ ਕੇ ਨਜਿੱਠਾਂ ਕਰਨਾ। ਛੱਡਦਾ ਨਹੀਂ ਮੈਂ ਡਾਕਟਰ ਏਪੀ ਨੂੰ, ਮੈਂ ਬਬਲ ਕੰਮ ਵਾਂਗੂ ਲੰਮਾ ਤੇ ਹੋ ਜਾਊਗਾ, ਪਰ ਮੈਂ ਇਹੋ ਜਿਹਾ ਜੁੜਿਆ ਮੈਂ ਛੱਡਦਾ ਨਹੀਂ ਖੜਾ ਉਹਦਾ। ਔਰ ਇਹ ਵੀ ਸਮਝੀਏ ਕਿ ਫਿਰ ਸੁਖਬੀਰ ਸਿੰਘ ਬਾਦਲ ਨੇ ਇੱਕ ਹੋਣਹਾਰ ਪਾਰਟੀ ਦੇ ਲੀਡਰ ਨੂੰ ਨਾ ਚੁਣਨ ਦੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਚੁਣਿਆ। ਬੜੀ ਮਾੜੀ ਕਿਸਮਤ ਹੈ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ। ਇੱਕ ਮੁਲਾਜ਼ਮ ਪਿੱਛੇ ਆਪਦਾ ਲੀਡਰ ਗਵਾ ਲਿਆ। ਮੈਂ ਲੀਡਰ ਵੀ ਨਹੀਂ ਸਮਝਿਆ ਕਿ ਤਗੜਾ ਵਰਕਰ ਗਵਾ ਲਿਆ। ਮਤਲਬ ਮੈਂ ਬੜੇ ਕੌਨਫੀਡੈਂਸ ਨਾਲ ਕਹਿ ਸਕਦਾ, ਮੈਂ ਤਾਂ ਕਹੂੰਗਾ ਕਿ ਬਾਈ ਉਹਨਾਂ ਨੇ ਆਪਣੀ ਮੈਂ ਆਪ ਚਲੋ ਬਿਲਕੁਲ ਸਹੀ ਗੱਲ ਆ ਕਿ ਮੈਂ ਬੜੇ ਕੌਨਫੀਡੈਂਸ ਨਾਲ ਕਹਿ ਸਕਦਾ ਕਿ ਅੰਮ੍ਰਿਤਸਰ ਦੇ ਵਿੱਚ ਮੇਰੇ ਜਿੰਨਾ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਨਹੀਂ ਕੀਤਾ ਕਿਸੇ ਨੇ, ਜਿੰਨੀ ਮੈਂ ਦਿਨ ਰਾਤ ਮਿਹਨਤ ਕੀਤੀ। ਬਿਲਕੁਲ, ਕਈ ਵਾਰ ਅਸੀਂ ਦੇਖਿਆ ਈਵਨ ਤੁਹਾਨੂੰ ਮਤਲਬ ਜਿੱਥੇ ਕਈ ਵਾਰ ਪਾਰਟੀ ਦੀ ਇਹਦਾ ਲੱਗਦਾ ਸੀ ਕਿ ਗਲਤੀ ਹੈ ਵੀ ਹੈ, ਉੱਥੇ ਵੀ ਤੁਸੀਂ ਡਿਫੈਂਡ ਕਰਦੇ ਹੋ ਨਜ਼ਰ ਆਉਂਦੇ ਸੀਗੇ। ਲੋਕਾਂ ਤੋਂ ਮਾਵਾਂ ਭੈਣਾਂ ਦੀਆਂ ਗਾਲਾਂ ਖਾਧੀਆਂ, ਪਾਰਟੀ ਗਲਤ ਵੀ ਹੁੰਦੀ ਸੀ ਤੇ ਆਖੀਦਾ ਸੀ ਨਹੀਂ ਸਹੀ ਆ, ਬਹੁਤ ਕੁਝ ਸਹਿਆ ਲੋਕਾਂ ਤੋਂ, ਪਰ ਉਹਨਾਂ ਦਾ ਦੁੱਖ ਨਹੀਂ, ਇਹਨਾਂ ਦਾ ਦੁੱਖ ਆ ਕਿ ਇਹਨਾਂ ਸਾਨੂੰ ਰੋਲ ਕੇ ਰੱਖਤਾ, ਉਹ ਵੀ ਇੱਕ ਡਾਕਟਰ ਦੇ ਥੱਲੇ ਲਾਤਾ। ਕਿੱਡੀ ਕੁ ਵੱਡੀ ਗੱਲ ਸੀ ਜੇ ਉਹਨੂੰ ਕੱਢ ਦਿੰਦੇ। ਯਾਰ ਲੋਕਾਂ ਦੀ ਡਿਮਾਂਡ ਆ, ਮੈਂ ਉੱਥੇ ਕੀ ਕਰ ਲਿਆ, ਮੈਂ ਉੱਥੋਂ ਕੀ ਲੈ ਲਿਆ, ਮੇਰਾ ਕੀ ਲੈਣਾ ਦੇਣਾ ਉਹਦੇ ਨਾਲ। ਔਰ ਪਾਰਟੀ ਜਦੋਂ ਇਹੋ ਜਿਹੇ ਕ੍ਰਾਈਸਿਸ ਦੇ ਵਿੱਚ ਚੱਲ ਰਹੀ ਸੀਗੀ, ਜਦੋਂ ਬੇਦਬੀ ਦਾ ਇੱਕ ਵੱਡਾ ਡੈਂਟ ਸੀਗਾ, ਨਸ਼ੇ ਦਾ ਡੈਂਟ ਸੀਗਾ, ਉਦੋਂ ਤੁਸੀਂ ਖੁੱਲ੍ਹ ਕੇ ਡਿਫੈਂਡ ਕਰਦੇ ਹੋ ਨਜ਼ਰ ਆਉਂਦੇ ਸੀਗੇ। ਬਾਈ ਜੀ ਮੈਨੂੰ ਤੁਸੀਂ ਮੇਰਾ ਰਿਕਾਰਡ ਕੱਢੋ, ਮੈਂ ਕਿੱਥੇ ਨਹੀਂ ਖੜਿਆ। ਸਰਦਾਰ ਸੁਖਜਿੰਦਰ ਸਿੰਘ ਰੰਧਾਵੇ ਦੇ ਪਿੰਡ ਉਹਨਾਂ ਦੇ ਬ੍ਰਦਰ ਨੂੰ ਸਰਦਾਰ ਬਿਕਰਮ ਸਿੰਘ ਮਜੀਠੀਆ ਜੁਆਇਨ ਕਰਾਉਣ ਗਏ, ਸਾਰਾ ਪਿੰਡ ਇਕੱਠਾ ਹੋ ਕੇ ਉੱਥੇ ਘੇਰਾ ਪਾ ਲਿਆ। ਮੈਂ ਗਿਆ ਉੱਥੇ, ਪੁੱਛੋ ਮਜੀਠੀਆ ਸਾਹਿਬ ਨੂੰ, ਮੈਂ ਗਿਆ, ਮੈਂ ਉਹਨਾਂ ਬੰਦਿਆਂ ਦੇ ਵਿੱਚ ਦੀ ਗੱਡੀ ਕੱਢ ਕੇ ਲੈ ਕੇ ਗਿਆ, ਗਨਮੈਨਾਂ ਤੋਂ ਮੋਹਰੀ ਹੋ ਕੇ ਅੱਗੋਂ ਭਰਾ ਆਪਦੇ ਨੂੰ ਕੱਢ ਕੇ ਲਿਆਇਆ। ਤੇ ਅੱਜ ਸਾਡਾ ਮੁੱਲ ਕੀ ਪਿਆ? ਉਦੋਂ ਜੇ ਮੈਨੂੰ ਉੱਥੇ ਕੋਈ ਮਾਰ ਦਿੰਦਾ ਤੇ ਮੇਰੇ ਬੱਚੇ ਕਿਹਨੇ ਪਾਲਣੇ, ਮੇਰੇ ਬੱਚੇ ਕਿਹਨੇ ਪਾਲਣੇ? ਪਰ ਅਸੀਂ ਜੇ ਉਹਨੂੰ ਭਰਾ ਮੰਨਿਆ ਸੀ ਤੇ ਦਿਲੋਂ ਮੰਨਿਆ ਸੀ ਕਿ ਮੈਂ ਵੀ ਇਕੱਲਾ ਮੈਂ ਸੋਚਿਆ ਕਿ ਯਾਰ ਜ਼ਿੰਦਗੀ 'ਚ ਭਰਾ ਹੀ ਇੱਕ ਬਣਾ ਲਿਆ ਤੇ ਫਿਰ ਬਣਾ ਲਿਆ, ਪਰ ਨਹੀਂ, ਉਹ ਆਪਣੇ ਨਾਲ ਪੋਲਿਟਿਕਸ ਖੇਡ ਗਿਆ। ਚਲੋ ਕੋਈ ਨਹੀਂ, ਮਹਾਰਾਜ ਉਹਨਾਂ ਨੂੰ ਲੰਮੀ ਉਮਰ ਸ਼ਾਇਦ ਉਹਨਾਂ ਕਰਕੇ ਤੁਸੀਂ ਨਵਜੋਤ ਸਿੰਘ ਸਿੱਧੂ ਨਾਲ ਵੀ ਪੂਰਾ ਟੱਕਰ ਲਿੱਤੀ। ਹਰ ਜਗ੍ਹਾ ਲਈ ਹੈ ਜੀ,
ਸਿੱਧੂ ਸਾਹਿਬ ਨਾਲ ਲਈ, ਮੈਂ ਛੱਡੇ ਕਿਸੇ ਨਾਲ ਨਹੀਂ। ਕੋਈ ਬੰਦਾ ਕਹਿ ਦੇਵੇ, ਬਹੁਤ ਮੇਰੇ ਤੇ ਕਾਂਗਰਸ, ਜਦੋਂ ਮਜੀਠੀਆ ਸਾਹਿਬ ਤੇ ਪਰਚਾ ਹੋਇਆ ਕਾਂਗਰਸ ਨੇ ਬਹੁਤ ਵਾਹ ਲਈ ਕਿ ਇਹਨੂੰ ਫਸਾਓ ਕਿਸੇ ਤਰ੍ਹਾਂ, ਇਹ ਜ਼ਿਆਦਾ ਬੁੜਕਦਾ ਉਹਦਾ ਬਹੁਤ ਖਾਸ ਆ। ਮੈਂ ਨਾ ਸਾਡੇ ਵਿਰੋਧੀ ਵੀ ਚੰਗੇ, ਮੈਨੂੰ ਇਹ ਸੁਖਜਿੰਦਰ ਸਿੰਘ ਰੰਧਾਵੇ ਦਾ ਫੋਨ ਆਇਆ, ਮੈਨੂੰ ਅੱਜ ਸੁਖਜਿੰਦਰ ਸਿੰਘ ਰੰਧਾਵੇ ਦਾ ਫੋਨ ਆਇਆ, ਉਹ ਕਹਿੰਦਾ ਤੇਰੇ ਨਾਲ ਮਾੜੀ ਹੋਈ ਹੈ। ਹੋਰ ਮੈਂ ਫਿਰ ਹੁਣ ਕੀ ਕਹਿ ਸਕਦਾ, ਮੈਂ ਚਲੋ ਠੀਕ ਹੈ ਭਾਜੀ, ਸਾਨੂੰ ਤਾਂ ਸਾਡੇ ਵਿਰੋਧੀ ਚੰਗੇ ਜਿਨ੍ਹਾਂ ਨੇ ਮੇਰੇ ਨਾਲ ਦੁੱਖ ਤੇ ਵੰਡਾਇਆ ਕਿਤੇ। ਪਰ ਮਜੀਠੀਆ ਨੇ ਕਿਉਂ ਪਾਸਾ ਵੱਟ ਕੇ ਕਿਉਂ ਉਹਨਾਂ ਨੇ ਇੱਕ ਵਾਰ ਵੀ ਫੋਨ ਨਹੀਂ ਕੀਤਾ? ਇਹ ਉਹਨਾਂ ਨੂੰ ਪਤਾ ਹੋਊਗਾ, ਹੱਦ ਤੱਕ ਸਮਝਦੇ ਹੋਣਗੇ ਕਿਸੇ ਗੱਲ 'ਚ ਕਿ ਨਹੀਂ ਅਸੀਂ ਇਹਨੂੰ ਬੰਦੇ ਨੂੰ ਮਿਲਾਉਣਾ, ਕਿਉਂਕਿ ਇਹ ਚਰਚਾਵਾਂ ਹੈ ਕਿ ਆਪਸ ਦੇ ਵਿੱਚ ਟਿਊਨਿੰਗ ਮਜੀਠੀਆ ਔਰ ਸੁਖਬੀਰ ਦੀ ਵੀ ਨਹੀਂ ਹੈਗੀ। ਨਹੀਂ, ਮੈਨੂੰ ਇਹਦੇ ਬਾਰੇ ਨਹੀਂ ਕੋਈ ਪਤਾ। ਚਲੋ ਪਾਰਟੀਆਂ ਦੇ ਵਿੱਚ ਕਈ ਵਾਰ ਗੁੱਸੇ ਨਾਰਾਜ਼ਗੀਆਂ, ਮੈਂ ਸਰਕਾਰ ਵੇਲੇ ਵੀ ਇੱਕ ਸਾਲ ਮਜੀਠੀਆ ਸਾਹਿਬ ਨਾਲ ਨਹੀਂ ਬੋਲਿਆ ਜੋ ਸਰਕਾਰ 'ਚ ਸੀਗੀ ਸਾਡੀ, ਬਟ ਲੋਕਾਂ ਦੇ ਕੰਮਾਂ ਪਿੱਛੇ ਇਸ ਗੱਲ ਦੀ ਗਵਾਹੀ ਮਜੀਠੀਆ ਸਾਹਿਬ ਵੀ ਭਰਨਗੇ ਕਿ ਵਾਕਈ ਇਹਦੀਆਂ ਗੱਲਾਂ ਸਹੀ ਆ। ਸਾਡੇ ਕਈ ਵਾਰ ਸਹੀ ਕੰਮ ਨਾ ਹੋਣਾ ਜੀ, ਔਰ ਬਾਅਦ 'ਚ ਸਾਲ ਬਾਅਦ ਜਾ ਕੇ ਮੇਰੀ ਸ਼ਰਤ ਹੋ ਜਾਂਦੀ ਸੀ ਕਿ ਮਜੀਠੀਆ ਸਾਹਿਬ ਆ ਕੰਮ ਹੋਊਗਾ ਤੇ ਮੈਂ ਆਉਣਾ, ਜਿਹਨੇ ਤੇ ਨਹੀਂ ਫਿਰ ਕੰਮ ਹੁੰਦਾ ਸੀ ਤੇ ਫਿਰ ਮੈਂ ਜਾਣਾ। ਸੋ ਇਸ ਕਰਕੇ ਮੈਂ ਸਹੀ ਕੰਮ ਪਿੱਛੇ ਖੜ ਜਾਣ ਵਾਲਾ ਬੰਦਾ ਵਾਂ, ਮੈਂ ਕਦੀ ਭੱਜਾ ਨਹੀਂ। ਸਾਡੇ ਇੱਕ ਵਾਰ ਸ਼ਾਮ ਨਗਰ ਕਤਲ ਹੋ ਗਿਆ, ਉੱਥੇ ਸਾਡੇ ਅਕਾਲੀ ਦਲ ਦੇ ਲੀਡਰਾਂ ਤੇ ਜਿਨ੍ਹਾਂ ਦੀ ਕੋਈ ਕਸੂਰ ਵੀ ਨਹੀਂ, ਉਹ 8-10 ਜਾਣਿਆਂ ਤੇ ਪਰਚਾ ਦਰਜ ਹੋ ਗਿਆ। ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ, ਮਜੀਠੀਆ ਸਾਹਿਬ ਇਹ ਬੰਦੇ ਸੱਚੇ ਆ, ਇਹਦੇ ਇਨਵੋਲਵ ਨਹੀਂ ਵਿੱਚ ਕਿਸੇ ਗੱਲ 'ਚ, ਤੇ ਇਹਨਾਂ ਨੂੰ ਕੱਢੀਏ। ਤੇ ਉਹਨਾਂ ਮੈਨੂੰ ਅੱਗੋਂ ਨਾ ਸੁਣਿਆ, ਮੈਂ ਉਦੋਂ ਵੀ 6 ਮਹੀਨੇ ਨਹੀਂ ਮਜੀਠੀਆ ਸਾਹਿਬ ਕੋਲ ਗਿਆ। ਫਿਰ ਜਦੋਂ ਉਹਨਾਂ ਨੇ ਉਹ ਬੰਦੇ ਪਰਚੇ 'ਚੋਂ ਕੱਢੇ ਤੇ ਮੈਂ ਫੇਰ ਗਿਆ। ਇੱਕ ਮੇਰਾ ਯਾਰ ਆ ਤਹਿਸੀਲਦਾਰ, ਮਜੀਠੀਆ ਸਾਹਿਬ ਕੋ ਮਹਿਕਮਾ ਸੀਗਾ, ਸਾਡੇ ਨਾਲ ਬੜਾ ਕੁਝ ਹੁੰਦਾ, ਪਰ ਉਦੋਂ ਸਾਨੂੰ ਦੁੱਖ ਘੱਟ ਹੁੰਦਾ ਸੀ, ਚਲੋ ਕੋਈ ਗੱਲ ਨਹੀਂ, ਉਹਨੂੰ ਸਸਪੈਂਡ ਕਰ ਦਿੱਤਾ ਜਾਂਦਾ ਮਹਿਕਮਾ ਮਜੀਠੀਆ ਸਾਹਿਬ ਕੋਲ। ਫਿਰ 1 ਸਾਲ ਮੈਂ ਮਜੀਠੀਆ ਸਾਹਿਬ ਕੋਲ ਨਹੀਂ ਗਿਆ। 1 ਸਾਲ ਬਾਅਦ ਜਾ ਕੇ ਮੈਨੂੰ ਕਹਿੰਦੇ ਕਿ ਨਹੀਂ, ਜੋ ਪਿੱਛੇ ਹੋਗਾ ਆਪਾਂ ਛੱਡੀਏ, ਆਪਾਂ ਤਗੜੇ ਹੋ ਕੰਮ ਕਰੀਏ। ਮੈਂ ਫਿਰ ਇੱਕ ਸ਼ਰਤ ਰੱਖਤੀ, ਮੈਂ ਕਿਹਾ ਜੀ ਹੁਣ ਇਹ ਨੈਬ ਤੋਂ ਇਹਨੂੰ ਵੱਡਾ ਤਹਿਸੀਲਦਾਰ ਬਣਾ ਕੇ ਸਾਡੀ ਮਰਜ਼ੀ ਦੀ ਥਾਂ ਤੇ ਲਾ ਦਿਓ, ਅਸੀਂ ਕੋਈ ਤੋਂ ਪੈਸੇ ਨਹੀਂ ਲੈਂਦੇ, ਜਿਉਂਦਾ ਜਾਗਦਾ ਮੈਂ ਬੰਦਾ ਤੁਹਾਨੂੰ ਮਿਲਾ ਦੂੰ। ਜੀ ਜੀ, ਬਸ ਇਹੀ ਕੋਈ ਸਾਡਾ ਪਿਆਰ ਸੀਗਾ, ਸਾਡਾ ਸੱਜਣ ਸੀਗਾ। ਇਹਨਾਂ ਨੇ ਮੇਰੀ ਸ਼ਰਤ ਮੰਨੀ, ਮੈਂ ਫਿਰ ਇਹਨਾਂ ਦੇ ਘਰ ਗਿਆ। ਸੋ ਇਸ ਕਰਕੇ ਜੇ ਮੈਂ ਸਰਕਾਰ ਦੇ ਵਿੱਚ, ਲੋਕ ਸਰਕਾਰ ਵੇਲੇ ਸਰਕਾਰ ਨਾਲ ਬਣਾ ਕੇ ਰੱਖਦੇ, ਲੋਕ ਕਹਿੰਦੇ ਕਿ ਯਾਰ ਇਹਨਾਂ ਤੋਂ ਫਾਇਦਾ ਲਓ, ਇਹਨਾਂ ਕੋਲ ਕੰਮਾਂ ਹੀ ਤਾਂ ਉਦੋਂ ਪਛਾੜ ਜਾਂਦੇ ਰਹੇ ਕਿ ਨਹੀਂ ਸਰਦਾਰ ਮਜੀਠੀਆ ਜੀ ਇੱਥੇ ਆਪਾਂ ਗਲਤ ਆ, ਤੇ ਜਿੱਦਣ ਸਾਨੂੰ ਲੱਗਾ ਤੁਸੀਂ ਸਹੀ, ਅਸੀਂ ਦੁਬਾਰਾ ਆ ਜਾਏਗਾ। ਇਹ ਤੋਂ ਬਸ ਸਤਿ ਸ੍ਰੀ ਅਕਾਲ। 4 ਦਿਨ ਬਾਕੀ ਹੈ ਤਲਵੀਰ ਜੀ, 4 ਦਿਨ ਅਜੇ ਜੁਆਇਨਿੰਗ ਨੂੰ ਤੁਹਾਡੀ ਬੀਜੇਪੀ ਦੇ ਵਿੱਚ ਬਾਕੀ ਨੇ। ਜੇ ਸੁਖਬੀਰ ਸਿੰਘ ਬਾਦਲ ਆ ਜਾਂਦੇ ਨੇ, ਕਹਿ ਦਿੰਦੇ ਨੇ ਕਿ ਤਲਵੀਰ ਠੀਕ ਹੈ, ਜੋ ਹੋਇਆ ਗਿਲੇ ਸ਼ਿਕਵੇ ਮੁਕਾ, ਡਾਕਟਰ ਤੇ ਐਕਸ਼ਨ ਲੈਂਦੇ ਆ ਜਾਂ ਕੁਝ ਵੀ ਕਰਦੇ ਆ, ਲੈਣ ਐਕਸ਼ਨ, ਫਿਰ ਦੇਖਦੇ ਐਕਸ਼ਨ ਲੈ ਨਹੀਂ ਸਕਦੇ, ਨਹੀਂ ਲੈ ਸਕਦੇ। ਜੇ ਐਕਸ਼ਨ ਲੈਣਾ ਹੁੰਦਾ ਤਾਂ 3.5 ਸਾਲ ਸਾਨੂੰ ਕੋਹ ਮਾਰ ਦਿੰਦੇ। ਇੰਨਾ ਜਲੀਲ ਕੀਤਾ ਮੈਨੂੰ, ਇੰਨਾ ਜਲੀਲ ਤੇ ਘਰ 'ਚ ਰੱਖਿਆ, ਕੁੱਤਾ ਵੀ ਕਰ ਦਈਏ ਤਾਂ ਉਹ ਵੀ ਘਰ ਛੱਡ ਕੇ ਚੱਲ ਜੂਗਾ ਕਿ ਅਸੀਂ ਤਾਂ ਫੇਰ ਯਾਰ ਚੰਗੇ ਭਲੇ ਇਨਸਾਨ ਆ। ਕੀ ਨਹੀਂ ਕੀਤਾ, ਕਿੱਥੇ ਨਹੀਂ ਕੀਤਾ ਤੁਹਾਡੇ ਲਈ, ਇੱਕ ਦੱਸ ਦਿਓ। ਆ ਸਰਦਾਰ ਬਾਦਲ ਦੀ ਪੇਸ਼ੀ ਸੀਗੀ ਫਰੀਦਕੋਟ, ਜੂਮ ਤੇ ਮੀਟਿੰਗ ਹੁੰਦੀ ਆ, ਸਰਦਾਰ ਮਜੀਠੀਆ ਜੀ ਤੇ ਹਰਮੀਤ ਸਿੰਘ ਸੰਧੂ ਇਸ ਗੱਲ ਦੇ ਗਵਾਹ ਵਾ। ਕਈਆਂ ਗਈਆਂ ਜੀ 100 ਸਵਾ 100 ਬੱਸ ਗੱਡੀ ਲੈ ਕੇ ਤੇ ਫਰੀਦਕੋਟ ਪਹੁੰਚੋ, ਪੁੱਛੋ ਫਿਰ ਕਿਹੜਾ ਗਿਆ ਜ਼ਿਲ੍ਹੇ 'ਚੋਂ ਤਲਵੀਰ ਸੋਂ ਗਿਆ। ਮਜੀਠੀਆ ਸਾਹਿਬ ਮੇਰੇ ਲਾਗੋਂ ਦੀ ਲੰਘੇ, ਜਾਂਦੇ ਇੰਨੀ ਗੱਡੀ ਆ ਬਹਿ ਮੇਰੇ ਨਾਲ ਗੱਡੀ 'ਚ ਚੱਲੀਏ। ਮੈਂ ਤਾਂ ਕਦੀ ਭੱਜਾ ਹੀ ਨਹੀਂ, ਮੈਨੂੰ ਤਾਂ ਇਹ ਨਹੀਂ ਸਮਝ ਆਈ ਕਿ ਮੈਂ ਕਿਹੜੇ ਹਨੇਰੇ 'ਚ ਭੱਜਾ ਫਿਰਦਾ ਰਿਹਾ ਕਿ ਇੰਨਾ ਅੰਨਿਆਂ ਵਾਂਗੂ ਮੈਂ ਜ਼ੋਰ ਲਾਈ ਗਿਆ। ਮੈਨੂੰ ਤਾਂ ਪਤਾ ਨਹੀਂ ਕਿ ਮੇਰਾ ਆਹ ਜਲੂਸ ਕੱਢ ਕੇ ਰੱਖ ਦੇਣਾ ਮੇਰਾ ਪਾਰਟੀ ਨੇ। ਜਿਹੜੇ ਇਸ ਵੇਲੇ ਪਾਰਟੀ 'ਚ ਹੈ ਵੀ ਹੈ, ਜਾਂ ਜਿਹੜੇ ਕੁਝ ਨੌਜਵਾਨ ਪੋਲਿਟਿਕਸ ਦੇ ਵਿੱਚ ਅੱਗੇ ਬਹੁਤ ਸਾਰੇ ਫਿਊਚਰ ਲੈ ਕੇ ਆ ਜਾਂਦੇ ਨੇ, ਕੀ ਕਹਿਣਾ ਚਾਹੋਗੇ? ਕਿ ਲੱਗਦਾ ਪੋਲਿਟਿਕਸ ਦੇ ਵਿੱਚ ਆਪਣੀ ਇੱਕ ਮਿਆਦ ਬਣਾ ਕੇ ਚੱਲੇ ਬੰਦਾ, ਇੱਕ ਆਪਣਾ ਸੋਚ ਕੇ ਚੱਲੇ ਕਿ ਹਾਂ ਮੈਂ ਇੱਥੇ ਤੱਕ ਹੀ ਸੀਮਤ ਰੱਖਾਂ ਆਪਣੇ ਆਪ ਨੂੰ? ਪੋਲਿਟਿਕਸ ਮੈਂ ਤੇ ਸੋਚਦਾ ਜੋ ਕਿ ਮਤਲਬ ਤੱਕ ਸੀਮਤ ਰੱਖੋ ਪੋਲਿਟਿਕਸ, ਅੰਨੇ ਨਾ ਜੋ ਕਿਸੇ ਦੇ ਪਿੱਛੇ ਕਿ ਮੇਰਾ ਸੱਜਣ ਹੈ, ਮੇਰਾ ਭਰਾ ਵਾ, ਕਿਹਦੇ ਪਿੱਛੇ ਮੈਂ ਜਾਨ ਹੀ ਲਾ ਦੇਣੀ। ਮੈਨੂੰ ਕਈ ਮੇਰੇ ਸੱਜਣਾ ਮਿੱਤਰਾਂ ਨੇ ਕਹਿਣਾ ਕਿ ਯਾਰ ਤੂੰ ਤੇ ਘੋੜਾ ਹੀ ਦੱਬ ਦੇਣਾ ਜਿਹਨੂੰ ਦੱਬਦਾ। ਮੈਂ ਕਹਿੰਦਾ ਹੁੰਦਾ, ਹੁਣੇ ਮੈਨੂੰ ਕਹਿੰਦੇ ਤੂੰ ਯਾਰ 2 ਦਿਨ ਨਹੀਂ ਲਾਏ, ਡਾ ਸਖਤ ਫੈਸਲਾ ਏਡੀ ਛੇਤੀ। ਮੈਂ ਯਾਰ ਜੇ ਮੈਂ ਕਦੇ ਪਹਿਲਾਂ ਵੀ ਫੈਸਲਾ ਲੈਣ ਲੱਗਿਆ ਸੋਚਿਆ ਤੇ ਮੈਨੂੰ ਅੱਜ ਤਾਂ ਦੱਸੋ ਨਾ, ਮੈਂ ਤਾਂ ਕਦੀ ਸੋਚਦਾ ਨਹੀਂ। ਮੈਨੂੰ ਇਹਨਾਂ ਨੇ ਧੱਕੇ ਮਾਰ ਕੇ ਕੱਢਿਆ ਤੇ ਫਿਰ ਮੈਂ ਸੋਚਿਆ। ਇੱਕ ਬੰਦੇ ਦਾ ਪੀਏ ਵੀ ਫੋਨ ਚੁੱਕਣੋਂ ਹਟ ਜਾਣ, ਫਿਰ ਉੱਥੇ ਭਾਜੀ ਬੰਦਾ ਕੀ ਕਰੂਗਾ ਦੱਸੋ। ਠੀਕ ਹੈ ਗਿੱਲ ਸਾਹਿਬ, ਬਹੁਤ ਬਹੁਤ ਧੰਨਵਾਦ ਥੈਂਕ ਯੂ ਗੱਲਬਾਤ ਦੇ ਲਈ। ਤਾਂ ਤਲਵੀਰ ਸਿੰਘ ਗਿੱਲ ਪਾਰਟੀ ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਇਸ ਵੇਲੇ ਉਹਨਾਂ ਦੇ ਨਾਲ ਵਤੀਰਾ ਕੀਤਾ ਜਾ ਰਿਹਾ ਹੈ, ਉਸ ਦਾ ਦਰਦ ਉਹਨਾਂ ਨੇ ਬਿਆਨ ਕੀਤਾ, ਔਰ ਜਿਸ ਤਰੀਕੇ ਦੇ ਨਾਲ ਕਹਿੰਦੇ ਕਿ ਪਾਰਟੀ ਦੇ ਵਿੱਚ ਲੀਡਰ ਦੀ, ਵਰਕਰ ਦੀ ਜੋ ਇੱਜ਼ਤ ਹੋਣੀ ਚਾਹੀਦੀ ਹੈ, ਜੇ ਉਹ ਨਾ ਮਿਲੇ ਤਾਂ ਦੁੱਖ ਵੀ ਹੁੰਦਾ ਹੈ, ਦਰਦ ਵੀ ਹੁੰਦਾ ਹੈ, ਔਰ ਇਹ ਸਹੀ ਵੀ ਹੈ ਕਿਸੇ ਹੱਦ ਤੱਕ, ਕਿਉਂਕਿ ਜਦੋਂ ਕੋਈ ਇਨਸਾਨ ਪਾਰਟੀ ਲਈ ਇੰਨਾ ਕੁਝ ਕਰਦਾ ਹੈ ਔਰ ਪਾਰਟੀ ਮੁੜ ਉਸ ਨੂੰ ਅਜਿਹਾ ਸ਼ੀਸ਼ਾ ਦਿਖਾਵੇ, ਅਜਿਹੇ ਤੇਵਰ ਦਿਖਾਵੇ, ਤਾਂ ਫਿਰ ਇਹ ਕਦਮ ਚੁੱਕਣੇ ਪੈ ਜਾਂਦੇ ਨੇ। ਕੈਮਰਾ ਪਰਸਨ ਦਵਿੰਦਰ ਤੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ।